ਵਾਹਿਗੁਰੂ ਸਾਹਿਬ ਜੀ ਚੌਪਈ। ਪ੍ਰਥਮੇ ਤਪ ਸੋ ਤੀਨ ਪ੍ਰਕਾਰ। ਰਾਜ ਕਾਮ ਬੌਰ ਸ਼ਾਂਤ ਕੀ ਧਰ ਸਾਰਾ। ਸ਼ੁਦਾ ਅਗਨ ਜਲ ਸੋ ਤਨ ਤਾਵਾ। ਇਹ ਤਾਮਸੀ ਫਲਤਾ ਕਾਵਾ ਚੌਪਈ। ਪ੍ਰਥਮੇ ਤਨ ਸੋ ਤੀਨ ਪ੍ਰਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਖਾਲਸਾ ਸਾਧ ਸੰਗਤ ਜੀਓ। ਚਾਬਰ ਛਾਤਰ ਤਖਤ ਦੇ ਮਾਲਕ ਅੰਤਰਜਾਮੀ ਸਤਿਗੁਰੂ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਸਾਹਿਬ ਗੁਰੂ ਕੀ ਹਾਜ਼ਰ ਹਜ਼ੂਰੀ ਅੰਦਰ ਆਪਾਂ ਜੁੜ ਬੈਠੇ ਹਾਂ। ਵਡਭਾਗੀ ਸੰਗਤਾਂ ਨੇ ਸਤਿਗੁਰੂ ਦੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ ਹਨ। ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ ਹਨ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਭ ਦੀ ਸੇਵਾ ਘਾਲਣਾ, ਯਾਤਰਾ ਸਫਲੀ ਕਰਨ, ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣ। ਆਓ ਸੰਧਿਆ ਦੇ ਸਜੇ ਦੀਵਾਨ ਵਿੱਚ ਰੱਬੀ ਰਹਿਮਤ ਦੁਆਰਾ ਅਕਾਲੀ ਬਾਣੀ ਦਾ ਕੀਰਤਨ, ਗੁਰੂ ਕੇ ਨਿਤਨੇਮ ਦੀ ਬਾਣੀ ਰਹਿਰਾਸ ਸਾਹਿਬ ਜੀ ਦਾ ਪਾਠ ਹੋਇਆ ਹੈ। ਉਪਰੰਤ ਜਾਹਰ ਪੀਰ ਜਗਤ ਗੁਰ ਬਾਬਾ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਇਤਿਹਾਸ ਜੋ ਆਪਾਂ ਨਿੱਤਾ ਪ੍ਰਤੀ ਲੜੀਵਾਰ ਰੂਪ ਵਿੱਚ ਹੀ ਸਰਵਣ ਕਰ ਰਹੇ ਹਾਂ। ਕਥਾ ਦਾ ਵੇਲਾ ਹੋਇਆ ਹੈ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੋ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਰਾਜੇ ਸ਼ਿਵਨਾਗ ਨੂੰ ਸੰਗਲਾ ਦੀਪ ਵਿਖੇ ਜਾ ਕੇ ਦਰਸ਼ਨ ਦਿੰਦੇ ਹਨ, ਰਾਜੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਤਰ੍ਹਾਂ ਤਰ੍ਹਾਂ ਕਰਕੇ ਪਰਖ ਕੀਤੀ ਹੈ। ਕਦੇ ਸੁੰਦਰ ਭੋਜਨ ਭੇਜਣੇ, ਸੁੰਦਰ ਵਸਤਰ ਗਹਿਣੇ ਆਦਿਕ ਭੇਜਣੇ, ਵੇਸ਼ਵਾਵਾਂ ਨਾਚੀਆਂ ਨੂੰ ਪਰਖਣ ਹਿਤ ਭੇਜਣਾ, ਪਦਮਨੀਆਂ ਇਸਤਰੀਆਂ ਨੂੰ ਰਾਤ ਦੇ ਸਮੇਂ ਭੇਜਣਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਪੂਰੇ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਨੇ ਸਭ ਨੂੰ ਚੰਗਾ ਉਪਦੇਸ਼ ਦੇ ਕੇ ਸਭ ਦੇ ਜੀਵਨ ਨੂੰ ਨਿਹਾਲ ਕੀਤਾ ਹੈ। ਰਾਜੇ ਦੀ ਭਾਵਨਾ ਹੋਰ ਵਧੀ ਹੈ। ਦੂਜੇ ਦਿਨ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਮੁੱਖ ਭਵਾ ਲਿਆ, ਦੂਜੇ ਪਾਸੇ ਮੂੰਹ ਕਰਕੇ ਖੜੇ ਹੋ ਗਏ। ਰਾਜਾ ਯਤਨ ਕਰਦਾ ਰਿਹਾ। 2.5 ਪਹਿਰਾਂ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਨੇ ਦਰਸ਼ਨ ਨਾ ਦਿੱਤੇ। ਸਨਮੁਖ ਇਹ ਰਾਜੇ ਦੇ ਨਾ ਹੋਏ। 2.5 ਪਹਿਰਾਂ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਪੁੱਛਦੇ ਆ, ਰਾਜਾ ਤੇਰੇ ਮਨ ਦੀ ਅਭਿਲਾਖਾ ਕੀ ਹੈ, ਕੀ ਭਾਵਨਾ ਹੈ ਤੇਰੇ ਮਨ ਦੀ, ਕੀ ਚਾਹੁੰਦਾ ਹੈ? ਤੋਂ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਪਵਿੱਤਰ ਸੋਹਣੇ ਚਰਨ ਆਪਣੇ ਗ੍ਰਹਿ ਵਿਖੇ ਪਵਾ ਕੇ ਘਰ ਨੂੰ ਪਵਿੱਤਰ ਕਰਨਾ ਚਾਹੁੰਦਾ ਹਾਂ। ਗੁਰੂ ਮਹਾਰਾਜ ਕਹਿਣ ਲੱਗੇ, ਰਾਜਾ ਘਰ ਤਾਂ ਤੇਰੇ ਆਵਾਂਗੇ, ਪਰ ਘਰ ਨੂੰ ਪਹਿਲਾਂ ਗੁਰੂ ਦਾ ਘਰ ਬਣਾ, ਇੱਕ ਸੁੰਦਰ ਧਰਮਸ਼ਾਲਾ ਰਚ। ਉਸ ਧਰਮਸ਼ਾਲਾ ਦੇ ਵਿੱਚ ਆ ਕੇ ਅਸੀਂ ਬੈਠਾਂਗੇ, ਗੁਰੂ ਦੀਆਂ ਸੰਗਤਾਂ ਇਕੱਤਰ ਹੋਣਗੀਆਂ, ਉੱਥੇ ਰੱਬ ਦੇ ਨਾਮ ਦੀ ਗੱਲ ਕਰਾਂਗੇ। ਸਤਿਗੁਰੂ ਸਾਹਿਬ ਜੀ ਦਾ ਹੁਕਮ ਸੁਣ ਕੇ ਰਾਜੇ ਸ਼ਿਵਨਾਗ ਨੇ ਤਤਸ਼ਿਨ ਹੀ ਜਾ ਕੇ ਧਰਮਸ਼ਾਲਾ ਬਣਾਉਣੀ ਆਰੰਭ ਕਰ ਦਿੱਤੀ। ਸੁੰਦਰ ਬਹੁਤ ਇਮਾਰਤ ਤਿਆਰ ਕੀਤੀ ਗਈ। ਚੰਦਨ ਅਗਰ ਇਤਿਆਦਿਕ ਸੁਗੰਧੀ ਵਾਲੀਆਂ ਵਸਤੂਆਂ ਦਾ ਲੇਪਣ ਕੰਧਾਂ ਦੇ ਉੱਤੇ ਕੀਤਾ। ਇਤਰ ਫਲੇਲਾਂ ਦਾ ਛਿੜਕਾਓ ਕੀਤਾ। ਸੋਹਣਾ ਪਲੰਘਾ ਲਾਇਆ, ਸੁੰਦਰ ਆਸਨ ਵਿਛਾਇਆ। ਸੰਗਤਾਂ ਦੇ ਬੈਠਣ ਵਾਸਤੇ ਗਲੀਚੇ ਦਰੀਆਂ ਵਿਛਾ ਦਿੱਤੇ ਗਏ। ਉਹਨਾਂ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਹਿਤ ਬਾਗ ਵਿੱਚ ਪਹੁੰਚਿਆ।
ਜਿਸ ਬਾਗ ਵਿੱਚ ਚਰਨ ਪਾ ਕੇ ਸਤਿਗੁਰੂ ਜੀ ਨੇ ਸੁੱਕੇ ਬਾਗ ਨੂੰ ਹਰਾ ਕੀਤਾ ਸੀ। ਤਾਂ ਗੁਰੂ ਮਹਾਰਾਜ ਨੇ ਇੱਕ ਆਪਣੀ ਮੌਜ ਦੇ ਵਿੱਚ ਆ ਕੇ ਕੌਤਕ ਵਰਤਾ ਦਿੱਤਾ। ਰਾਜੇ ਦੇ ਸਾਹਮਣਿਓਂ ਅਲੋਪ ਹੋ ਗਏ। ਇਹ ਲੱਭਦਾ ਫਿਰਦਾ ਪ੍ਰੇਮ ਵਿੱਚ ਇੰਨਾ ਬੇਵਲ ਹੋਇਆ, ਧਰਤੀ ਦੇ ਉੱਤੇ ਵਿਆਕੁਲ ਹੋ ਕੇ ਡਿੱਗ ਪਿਆ। ਸੁੱਧ ਬੁੱਧ ਭੁੱਲ ਗਈ। ਇਹਦੇ ਸਿਪਾਹੀਆਂ ਨੇ, ਨੌਕਰਾਂ ਚਾਕਰਾਂ ਨੇ ਇਹਨੂੰ ਚੁੱਕਿਆ, ਮਿੱਟੀ ਝਾੜੀ, ਹੋਸ਼ ਵਿੱਚ ਲਿਆਂਦਾ। ਜਦੋਂ ਹੋਸ਼ ਵਿੱਚ ਆਇਆ, ਉੱਠ ਕੇ ਫਿਰ ਬੌਰਿਆਂ ਵਾਂਗੂ ਭੱਜ ਲਿਆ ਉੱਠ ਕੇ, ਕਿੱਥੇ ਨੇ ਮੇਰੇ ਸਤਿਗੁਰੂ ਨਾਨਕ। ਜੰਗਲ ਦੇ ਵਿੱਚ ਪਹੁੰਚ ਗਿਆ, ਦਰਖਤਾਂ ਨੂੰ ਪੁੱਛਦਾ, ਕਦੇ ਪੰਛੀਆਂ ਨੂੰ ਪੁੱਛਦਾ, ਕਿਸੇ ਨੇ ਮੇਰੇ ਪਿਆਰੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇਖੇ। ਪਹਾੜਾਂ ਨੂੰ ਪੁੱਛਦਾ, ਸਰੋਵਰਾਂ ਨੂੰ ਪੁੱਛਦਾ ਫਿਰਦਾ ਹੈ। ਇਹ ਸਰੋਵਰੋ ਕੀ ਤੁਹਾਡੇ ਕਿਨਾਰੇ ਉੱਤੇ ਮੇਰੇ ਸਤਿਗੁਰੂ ਪਾਤਸ਼ਾਹ ਨੇ ਆ ਕੇ ਚਰਨ ਪਾਏ ਹਨ? ਕਿਸੇ ਨੇ ਮੇਰੇ ਸਤਿਗੁਰੂ ਜਾਂਦੇ ਦੇਖੇ ਹੋਣ? ਇਉਂ ਲੱਭਦਾ ਲਵਾਉਂਦਾ ਹੱਫ ਗਿਆ ਅਤੇ ਬੇਹੋਸ਼ ਹੋ ਕੇ ਡਿੱਗ ਪਿਆ। ਤਨ ਜਿਹੜਾ ਸਾਰਾ ਪਸੀਨੇ ਨਾਲ ਭਿੱਜਿਆ ਹੋਇਆ, ਨੇਤਰਾਂ ਦੇ ਵਿੱਚੋਂ ਹੰਝੂ ਵਹਿ ਵਹਿ ਕੇ ਸਾਰਾ ਜਿਹੜਾ ਇਹਦਾ ਜਾਮਾ ਪਹਿਨਿਆ ਹੋਇਆ ਸੀ, ਚੋਲਾ ਬਸਤਰ, ਉਹ ਭਿੱਜ ਗਏ। ਜਦੋਂ ਬੇਹੋਸ਼ ਹੋ ਕੇ ਡਿੱਗਿਆ, ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਬਿਰਦ ਨੂੰ ਪਾਲਦਿਆਂ ਹੋਇਆਂ ਉੱਥੇ ਪ੍ਰਗਟ ਹੋਣਾ ਕੀਤਾ। ਪ੍ਰਗਟ ਹੋ ਕੇ ਸਤਿਗੁਰੂ ਨੇ ਆਪ ਆਪਣੇ ਹੱਥਾਂ ਦੇ ਨਾਲ ਰਾਜੇ ਦਾ ਮੁੱਖ ਪੂੰਝਿਆ। ਆਪਣੇ ਪਿਆਰੇ ਸਿੱਖ ਦੇ ਮੁੱਖ ਦੇ ਵਿੱਚ ਪਾਣੀ ਪਾਇਆ, ਜਲ ਪਾਇਆ। ਕੁਝ ਦੇਰ ਬਾਅਦ ਜਦੋਂ ਹੋਸ਼ ਪਰਤੀ, ਸਤਿਗੁਰੂ ਸਾਹਿਬ ਜੀ ਨੂੰ ਸਾਹਮਣੇ ਖੜਿਆਂ ਦੇਖਿਆ ਤੇ ਰਾਜਾ ਬੜਾ ਪ੍ਰਸੰਨ ਹੋ ਗਿਆ। ਸਤਿਗੁਰੂ ਜੀ ਆਪ ਦੇ ਹੁਕਮ ਮੁਤਾਬਕ ਧਰਮਸ਼ਾਲਾ ਤਿਆਰ ਹੋ ਗਈ ਹੈ। ਇਹ ਮੇਰਾਂ ਦੇ ਸਾਈਆਂ, ਤੁਸੀਂ ਕਿੱਥੇ ਅਲੋਪ ਹੋ ਗਏ ਸੀ? ਕਿਉਂ ਮੇਰੀਆਂ ਅੱਖਾਂ ਤੋਂ ਓਝਲ ਹੋਏ? ਹੁਣ ਕਿਰਪਾ ਕਰੋ, ਧਰਮਸ਼ਾਲਾ ਤਿਆਰ ਹੈ, ਮੇਰੀ ਭਾਵਨਾ ਨੂੰ ਫਲ ਲਾਓ, ਧਰਮਸ਼ਾਲਾ ਦੇ ਵਿੱਚ ਆਪਣੇ ਪਵਿੱਤਰ ਚਰਨ ਪਾਓ। ਇਉਂ ਕਹਿ ਕੇ ਸਤਿਗੁਰੂ ਸਾਹਿਬ ਜੀ ਨੂੰ ਧਰਮਸ਼ਾਲਾ ਦੇ ਵਿੱਚ ਆਪਣੇ ਘਰ ਦੇ ਵਿੱਚ ਲੈ ਗਿਆ। ਨਗਰ ਦੀਆਂ ਸੰਗਤਾਂ ਦੀ ਬਹੁਤ ਭੀੜ ਇਕੱਤਰ ਹੋ ਗਈ। ਸਤਿਗੁਰੂ ਦੇ ਦਰਸ਼ਨ ਕਰਦੇ, ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਅਰਪਣ ਕਰਦੇ ਹਨ। ਰਾਜੇ ਨੇ ਵੀ ਸੋਨੇ ਦਾ ਥਾਲ ਹੱਥ ਦੇ ਵਿੱਚ ਫੜਿਆ, ਚੌਮੁਖੀ ਦੀਵੇ ਉਹਦੇ ਵਿੱਚ ਰੱਖੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਹੋ ਕੇ ਉਹ ਥਾਲ ਨੂੰ ਘੁਮਾ ਘੁਮਾ ਕੇ ਆਰਤੀ ਕੀਤੀ। ਨਾਲ ਸਤਿਗੁਰੂ ਜੀ ਦੇ ਉਸਤਤ ਦੇ ਵਚਨ ਪੜ੍ਹਦਾ, ਜਿਨ੍ਹਾਂ ਨੂੰ ਗੁਰ ਸਤੋਤਰ ਕਿਹਾ ਜਾਂਦਾ। ਸੋ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਦੀ ਪੂਜਾ ਕਰਨ ਤੋਂ ਬਾਅਦ ਬੇਨਤੀ ਕਰਦਾ, ਮਹਾਰਾਜ ਮੈਨੂੰ ਕੋਈ ਸ਼ੁਭ ਉਪਦੇਸ਼ ਦਿਓ ਜਿਸ ਨਾਲ ਮਨ ਠਹਿਰ ਜਾਵੇ, ਆਪ ਜੀ ਦੇ ਚਰਨਾਂ ਦੇ ਵਿੱਚ ਸਥਿਤ ਹੋ ਜਾਵੇ, ਦੌੜੇ ਭੱਜੇ ਨਾ, ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋ ਜਾਏ। ਜਿਵੇਂ ਆਪ ਜੀ ਨੇ ਆਪਣੇ ਸਿੱਖ ਮਨਸੁਖ ਨੂੰ ਇਹ ਅਵਸਥਾ ਬਖਸ਼ੀ ਹੈ, ਉਹੇ ਜਿਹੀ ਅਵਸਥਾ ਮੈਨੂੰ ਬਖਸ਼ ਦਿਓ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਇਹ ਰਾਜੇ ਨੂੰ ਜੋ ਉਪਦੇਸ਼ ਦਿੱਤਾ ਕਿ ਭਾਈ ਦੋ ਤਰ੍ਹਾਂ ਦੇ ਮਾਰਗ ਹਨ ਸੰਸਾਰ ਵਿੱਚ। ਇੱਕ ਤਾਂ ਹੈ ਕਸ਼ਟ ਯੋਗ, ਹਠ ਯੋਗ, ਤੇ ਦੂਜਾ ਹੈ ਭਗਤ ਯੋਗ, ਰਾਜ ਯੋਗ। ਦੋਵੇਂ ਤਰ੍ਹਾਂ ਦੇ ਰਸਤੇ, ਦੋਵੇਂ ਤਰ੍ਹਾਂ ਦੇ ਸਾਧਨ ਗਿਆਨ ਦੀ ਪ੍ਰਾਪਤੀ ਦੇ, ਰੱਬ ਦੀ ਪ੍ਰਾਪਤੀ ਦੇ ਤੈਨੂੰ ਦੱਸ ਦਿੰਦੇ ਹਾਂ। ਤੈਨੂੰ ਦੋਵਾਂ ਵਿੱਚੋਂ ਜਿਹੜਾ ਠੀਕ ਲੱਗੇ ਉਹ ਸਾਧਨ ਤੂੰ ਕਰ ਲੈ। ਮਨ ਨੂੰ ਕਿਵੇਂ ਰੋਕਣਾ ਹੈ ਤੇ ਕਿਵੇਂ ਨਿਰਮਲ ਕਰਨਾ ਹੈ, ਇਸ ਦੇ ਸਾਧਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੱਸੇ। ਉਹਦੇ ਵਿੱਚੋਂ ਪਹਿਲਾ ਸਾਧਨ ਜਿਹੜਾ ਹਠ ਯੋਗ ਦਾ, ਉਹ ਸਾਧ ਸੰਗਤ ਜੀ ਆਪਾਂ ਸਰਵਣ ਕਰ ਰਹੇ ਹਾਂ। ਹਠ ਯੋਗ ਨੂੰ ਸਰਵਣ ਕਰਾਉਂਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਕਿ ਇਹ ਹਠ ਯੋਗ ਦੇ ਅੱਗੇ 8 ਅੰਗ ਹਨ। 8 ਅੰਗਾਂ ਦੇ ਵਿੱਚ ਯਮ ਹੈ, ਨੇਮ ਹੈ, ਇਕਾਂਤ ਦੇਸ਼ ਹੈ, ਆਸਨ ਹੈ, ਪ੍ਰਾਣਾਯਾਮ ਹੈ, ਧਿਆਨ ਧਾਰਨਾ ਤੇ 8ਵਾਂ ਸਮਾਧੀ ਸਥਿਤ ਹੋਣਾ। ਫਿਰ ਕੱਲੇ ਕੱਲੇ ਨੂੰ ਖੋਲ੍ਹ ਕੇ ਦੱਸਿਆ ਕਿ ਜਿਹੜਾ ਯਮ ਹੈ, ਨਿਯਮ ਰੱਖਣੇ ਆ, ਇਹ 10 ਪ੍ਰਕਾਰ ਦੇ ਆ। ਪਹਿਲਾ ਨਿਯਮ ਹੈ ਅਹਿੰਸਾ ਦਾ ਤਿਆਗ ਕਰਨਾ। ਅਹਿੰਸਾ ਅੱਗੇ 3 ਪ੍ਰਕਾਰ ਦੀ ਹੈ, ਮਨ ਕਰਕੇ, ਬਾਣੀ ਕਰਕੇ ਤੇ ਸਰੀਰ ਕਰਕੇ। ਹਰ ਪ੍ਰਕਾਰ ਕਰਕੇ ਹਿੰਸਾ ਤੋਂ ਬਚ ਕੇ ਰਹਿਣਾ, ਕਿਸੇ ਜੀਵ ਦਾ ਘਾਤ ਨਾ ਕਰਨਾ, ਕਿਸੇ ਨੂੰ ਮਾੜੇ ਬੋਲ ਬੋਲ ਕੇ ਕਿਸੇ ਦਾ ਦਿਲ ਨਹੀਂ ਦਿਖਾਉਣਾ, ਕਿਸੇ ਦਾ ਬੁਰਾ ਨਹੀਂ ਚਿਤਵਣਾ। ਇਸੇ ਪ੍ਰਕਾਰ ਕਿਸੇ ਨੂੰ ਫਿੱਕਾ ਨਹੀਂ ਬੋਲਣਾ। ਫਿਰ ਦੂਜਾ ਹੈ ਸੱਚ ਦਾ ਉਚਾਰਨ ਕਰਨਾ, ਹਮੇਸ਼ਾ ਸੱਤ ਪ੍ਰਤੱਗੀ ਰਹਿਣਾ, ਕਦੇ ਝੂਠ ਨਾ ਬੋਲਣਾ।
ਉਸ ਤੋਂ ਬਾਅਦ 2 ਪ੍ਰਕਾਰ ਦੀ ਚੋਰੀ ਦਾ ਤਿਆਗ ਕਰਨਾ। ਇੱਕ ਤਨ ਕਰਕੇ ਚੋਰੀ ਕਰਨੀ, ਇੱਕ ਮਨ ਕਰਕੇ। ਪ੍ਰਤਾਖੀ ਕਿਸੇ ਦੀ ਵਸਤੂ ਨੂੰ ਚੁਰਾ ਲੈਣਾ, ਲੁਕਾ ਲੈਣਾ, ਇਹ ਤਨ ਦੀ ਚੋਰੀ ਹੈ। ਅਤੇ ਮਨ ਦੇ ਵਿੱਚ ਪਾਪ ਕਰਕੇ ਉਹਨਾਂ ਨੂੰ ਲੁਕਾ ਕੇ ਛੁਪਾ ਕੇ ਰੱਖਣਾ, ਇਹ ਮਨ ਦੀ ਚੋਰੀ ਹੈ। ਸੋ ਇਹਨਾਂ ਦੋਵੇਂ ਪ੍ਰਕਾਰ ਦੀਆਂ ਚੋਰੀਆਂ ਤੋਂ ਬਚ ਕੇ ਰਹਿਣਾ। ਇਸੇ ਪ੍ਰਕਾਰ ਕਦੇ ਭੁੱਲ ਕੇ ਵੀ ਇਸ ਪ੍ਰਕਾਰ ਦੀ ਮਨ ਦੀ ਜਾਂ ਤਨ ਦੀ ਚੋਰੀ ਨਹੀਂ ਕਰਨੀ। ਚੌਥਾ ਜਿਹੜਾ ਨਿਯਮ ਹੈ ਉਹ ਹੈ ਬ੍ਰਹਮਚਰਜ ਧਾਰਨ ਕਰਨਾ। ਜਤ ਸਤ ਵਿੱਚ ਕਾਇਮ ਰਹਿਣਾ, ਕਾਮ ਵਾਸ਼ਨਾ ਤੋਂ ਬਚ ਕੇ ਰਹਿਣਾ। ਕਾਮ ਵਾਸ਼ਨਾ ਦੇ ਵੀ ਅੱਗੇ 8 ਪ੍ਰਕਾਰ ਦੱਸੇ। ਇਸਤਰੀ ਦੀਆਂ ਗੱਲਾਂ ਬਾਤਾਂ ਸੁਣਨੀਆਂ, ਸੁਣ ਕੇ ਮਨ ਵਿੱਚ ਉਹਨਾਂ ਨੂੰ ਧਾਰਨ ਕਰ ਲੈਣਾ, ਦਿਲ 'ਤੇ ਲਾ ਲੈਣਾ। ਔਰ ਇਕਾਂਤ ਦੇ ਵਿੱਚ ਮਿਲ ਕੇ ਬੈਠਣਾ, ਅੰਗਾਂ ਦਾ ਸਪਰਸ਼ ਕਰਨਾ, ਇਸੇ ਤਰ੍ਹਾਂ ਹਿੱਤ ਕਰਕੇ ਦੇਖਣਾ, ਮਨ ਕਰਕੇ ਅਲਿੰਗਨ ਕਰਨਾ, ਛੂਹਣਾ। ਅਤੇ 7ਵਾਂ ਹੈ ਮਨ ਦੇ ਵਿੱਚ ਹਮੇਸ਼ਾ ਚਿਤਵਨੀ ਧਿਆਨ ਧਾਰੀ ਰੱਖਣਾ। ਅਤੇ 8ਵਾਂ ਪ੍ਰਤੱਖ ਤੌਰ ਦੇ ਉੱਤੇ ਸਰੀਰਕ ਸੰਬੰਧ ਕਰਨਾ। 8 ਪ੍ਰਕਾਰ ਦੇ ਕਾਮ ਤੋਂ ਬਚ ਕੇ ਰਹਿਣਾ, ਬ੍ਰਹਮਚਰਜ ਧਾਰਨ ਕਰਨਾ ਹੈ। 5ਵਾਂ ਹੈ ਧੀਰਜ ਨੂੰ ਧਾਰਨ ਕਰਕੇ ਰੱਖਣਾ। ਦੁੱਖ ਆਵੇ ਸੁੱਖ ਆਵੇ, ਦੋਵੇਂ ਅਵਸਥਾਵਾਂ ਦੇ ਵਿੱਚ ਸਮਬਿਰਤੀ ਨੂੰ ਰੱਖਣਾ। ਚਾਹੇ ਵਿਪਤਾ ਦਾ ਸਮਾਂ, ਚਾਹੇ ਖੁਸ਼ਹਾਲੀ ਦਾ ਸਮਾਂ, ਚਾਹੇ ਠੰਡ ਆਵੇ, ਚਾਹੇ ਗਰਮੀ ਆਵੇ, ਕਦੇ ਵੀ ਵਿਆਕੁਲ ਹੋ ਕੇ ਮਨ ਨੂੰ ਡਲਾਉਣਾ ਨਾ। ਫਿਰ ਖਿਮਾ ਧਾਰਨ ਕਰਨੀ, ਜਿਹੜਾ ਬੜਾ ਸ਼ੁਭ ਗੁਣ ਹੈ। ਆਪਣੇ ਤੋਂ ਕਿਸੇ ਨੂੰ ਮਾੜਾ ਜਾਣ ਕੇ ਉਹਦੇ ਤੋਂ ਆਪਣੇ ਆਪ ਨੂੰ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਵੀ ਉਹਦੇ ਗੁਨਾਹਾਂ ਨੂੰ ਮਾਫ ਕਰ ਦੇਣਾ, ਇਹ ਖਿਮਾ ਹੈ। ਇਸੇ ਤਰ੍ਹਾਂ ਸਾਰਿਆਂ ਦੇ ਉੱਤੇ ਦਇਆ ਧਾਰਨ ਕਰਕੇ ਰੱਖਣੀ, ਕਿਸੇ ਨੂੰ ਦੁਖੀ ਨਾ ਦੇਖਣਾ। ਕੋਮਲਤਾ ਰੱਖਣੀ, ਕਿਸੇ ਦਾ ਹਿਰਦਾ ਨਾ ਦਿਖਾਉਣਾ। ਸ਼ੁਭ ਉਪਦੇਸ਼ ਸਾਰਿਆਂ ਤਾਈਂ ਕਹਿਣਾ, ਕਿਸੇ ਨੂੰ ਗਲਤ ਰਸਤੇ ਨਾ ਪਾਉਣਾ। 9ਵਾਂ ਜਿਹੜਾ ਹੈ ਮਰਿਆਦਾ ਦੇ ਮੁਤਾਬਕ ਛਕਣਾ ਛਕਾਉਣਾ। ਇਹ ਨਹੀਂ ਵੀ ਜਿੱਥੇ ਮਿਲਿਆ ਉੱਥੇ ਹੀ ਛਕ ਲਿਆ, ਸਾਫ ਸੁਥਰਾ ਦੇਖ ਕੇ ਛਕਣਾ। ਔਰ ਭੁੱਖ ਰੱਖ ਕੇ ਖਾਣਾ, ਪੇਟ ਭਰ ਕੇ ਨਹੀਂ ਖਾਣਾ। ਜਿੰਨੀ ਭੁੱਖ ਹੈ ਉਹ ਤੋਂ ਥੋੜ੍ਹਾ ਜਿਹਾ ਘੱਟ ਖਾਣਾ। ਸਮੇਂ ਅਨੁਸਾਰ ਛਕਣਾ ਛਕਾਉਣਾ। ਇਸੇ ਪ੍ਰਕਾਰ 10ਵਾਂ ਜਿਹੜਾ ਉਹ ਸੁਚਮ ਰੱਖਣਾ। ਤਨ ਦੀ ਵੀ ਸੁਚਮ ਰੱਖਣੀ, ਇਸ਼ਨਾਨ ਪਾਨ ਕਰਕੇ ਰੱਖਣਾ, ਸਰੀਰ ਨੂੰ ਸਵੱਛ ਵਸਤਰ ਪਹਿਨ ਕੇ ਸ਼ਿੰਗਾਰ ਕੇ ਰੱਖਣਾ, ਆਲਸੀ ਨਾ ਹੋਣਾ। ਅਤੇ ਤਨ ਦੀ ਸੁਚਮ ਦੇ ਨਾਲ ਨਾਲ ਮਨ ਦੇ ਵਿੱਚੋਂ ਵੀ ਰਾਗ ਦਵੈਸ਼ ਦੀ ਮੈਲ ਨੂੰ ਉਤਾਰ ਦੇਣਾ। ਸੋ ਇਹ 10 ਪ੍ਰਕਾਰ ਦੇ ਯਮ ਨਿਯਮ, ਜਿਹੜਾ ਪਹਿਲਾ ਸਾਧਨ ਹੈ ਹਠ ਯੋਗ ਦਾ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੱਲ੍ਹ ਦੱਸ ਦਿੱਤਾ ਹੈ। ਅੱਜ ਜਿਵੇਂ ਅੱਗੇ ਦੂਜਾ ਭਾਗ ਇਸ ਦਾ ਨੇਮ ਦੱਸਣਗੇ। ਨੇਮ ਕਿਸ ਪ੍ਰਕਾਰ ਦੇ ਕਰਨੇ ਆ, ਕਿਸ ਤਰ੍ਹਾਂ ਨਿਯਮਾਂ ਨੂੰ ਨਿਭਾਉਣਾ ਹੈ, ਨਿਯਮਾਂ ਦੇ ਤਹਿਤ ਆਪਣੀ ਜ਼ਿੰਦਗੀ ਨੂੰ, ਜੀਵਨ ਚਰਿਆ ਨੂੰ ਬਤੀਤ ਕਰਨਾ ਹੈ, ਉਹ ਜਿਵੇਂ ਸਤਿਗੁਰੂ ਸਾਹਿਬ ਜੀ ਦੱਸ ਰਹੇ ਹਨ। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਪ੍ਰਥਮੇ ਤਲਸੋ ਤੀਨ ਪ੍ਰਕਾਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਸਦੇ ਹਨ ਕਿ ਜਿਹੜਾ ਨੇਮ ਹੈ, ਨੇਮ ਦੇ ਵਿੱਚੋਂ ਜਿਹੜਾ ਪਹਿਲਾ ਨਿਯਮ ਹੈ ਉਹ ਹੈ ਤਪ ਕਰਨਾ, ਤਪੱਸਿਆ ਕਰਨੀ। ਉਹਦੀਆਂ ਅੱਗੇ 3 ਕਿਸਮਾਂ ਹਨ। ਇੱਕ ਤਾਂ ਹੈ ਰਜੋ ਗੁਣ ਦੇ ਸਹਿਤ, ਦੂਜਾ ਤਮੋ ਗੁਣ ਦੇ ਸਹਿਤ, ਅਤੇ ਤੀਜਾ ਸਤੋ ਗੁਣ ਦੇ ਸਹਿਤ ਤਪੱਸਿਆ ਕਰਨੀ। ਉਹ ਕਿਵੇਂ ਹੁੰਦੀ ਹੈ? ਕਿਸਮਾਂ ਕਿਹੜੀਆਂ ਅੱਗੇ ਦੱਸਦੇ ਨੇ ਕਿ ਸ਼ੁੱਧਾ ਭੁੱਖੇ ਰਹਿਣਾ, ਅੰਨ ਜਲ ਛੱਡ ਦੇਣਾ, ਕੁਝ ਖਾਣਾ ਪੀਣਾ ਨਾ। ਫਿਰ ਜਾਂ ਅਗਨ ਦੇ ਨਾਲ ਤਨ ਨੂੰ ਤਪਾਉਣਾ, 4 ਆਸੇ ਪਾਸੇ ਧੂਣੀਆਂ ਤਾ ਲੈਣੀਆਂ ਗਰਮੀ ਦੀ ਰੁੱਤ ਦੇ ਵਿੱਚ, ਜੇਠ ਹਾੜ ਦੀਆਂ ਧੁੱਪਾਂ ਦੇ ਵਿੱਚ, ਅਤੇ ਆਪ ਆਸਣ ਲਾ ਕੇ ਵਿਚਕਾਰ ਬਹਿ ਜਾਣਾ। ਇਹਨੂੰ ਕਹਿੰਦੇ ਆ ਤਪ ਦਾ ਤਾਪਣਾ, ਅਗਨ ਦੇ ਨਾਲ ਤਨ ਨੂੰ ਤਪਾਉਣਾ। ਅਤੇ ਤੀਜਾ ਜਲ ਸੋ ਤਨ ਤਾਵਾ, ਜਲ ਦੇ ਨਾਲ ਵੀ ਸਰੀਰ ਨੂੰ ਦੁੱਖ ਦੇਣਾ, ਸਰੀਰ ਨੂੰ ਕਸ਼ਟ ਦੇਣਾ। ਸਰਦੀਆਂ ਦੀ ਰੁੱਤ ਦੇ ਵਿੱਚ ਬਹੁਤ ਸਾਰੇ ਸਾਧੂ ਮਹਾਤਮਾ ਇੱਕ ਘੜੇ ਦੇ ਵਿੱਚ ਛੋਟਾ ਜਿਹਾ ਸੁਰਾਖ ਕਰਕੇ ਅਤੇ ਆਪ ਹੇਠਾਂ ਬੈਠ ਜਾਣਾ, ਤਨ ਦੇ ਵਸਤਰ ਉਤਾਰ ਦੇਣੇ, ਅਤੇ ਚੇਲਿਆਂ ਨੂੰ ਕਹਿਣਾ ਵੀ ਤੁਸੀਂ 101 ਘੜਾ ਆਹ ਘੜੇ ਦੇ ਵਿੱਚ ਪਾਣੀ ਦਾ
ਪਾਉਣਾ ਵਾਰੀ ਜਦੋਂ ਖਾਲੀ ਹੋਈ ਜਾਵੇ। ਇਹ ਸਰਦੀ ਦੀ ਰੁੱਤ ਦੇ ਵਿੱਚ ਠੰਡਾ ਜਲ ਉਹਦੀ ਬਰੀਕ ਪਤਲੀ ਧਾਰ ਦੇ ਹੇਠਾਂ, ਘੜੇ ਦੇ ਹੇਠਾਂ ਬੈਠਣਾ, ਰੱਬ ਦਾ ਨਾਮ ਜਪਣਾ, ਇਉਂ ਭਗਤੀ ਕਰਨੀ, ਤਪੱਸਿਆ ਕਰਨੀ, ਇਹਨੂੰ ਜਲ ਧਾਰਾ ਕਰਨਾ ਕਹਿੰਦੇ ਆ। ਸੋ 3 ਪ੍ਰਕਾਰ ਕਰਕੇ ਭੁੱਖੇ ਰਹਿਣ ਦੇ ਨਾਲ, ਅਗਨੀ ਦੇ ਨਾਲ, ਸਰੀਰ ਨੂੰ ਤਾ ਦੇਣ ਦੇ ਨਾਲ, ਜਲ ਦੇ ਨਾਲ ਕਸ਼ਟ ਦੇਣ ਦੇ ਨਾਲ, ਇਹ ਕਹਿੰਦੇ ਇੱਕ ਤਰ੍ਹਾਂ ਦਾ ਤਪੱਸਿਆ ਦਾ ਨੇਮ ਹੈ ਤੇ ਇਹ ਤਾਮਸੀ ਗੁਣ ਦੇ ਸਹਿਤ ਹੈ। ਔਰ ਫਲ ਦਾ ਗਾਵਾ, ਇਹ ਫਲ ਦਾ ਦਾਤਾ ਗਾਇਆ ਜਾਂਦਾ, ਫਲ ਦਾ ਦਾਤਾ ਕਥਨ ਕੀਤਾ ਜਾਂਦਾ। ਜਿਹੜਾ ਇਸ ਤਰੀਕੇ ਦੇ ਨਾਲ ਕੋਈ ਧੂਣੀਆਂ ਤਾਪ ਲਵੇ, ਕੋਈ ਜਲ ਧਾਰੇ ਕਰ ਲਵੇ, ਭੁੱਖਾ ਰਹਿ ਜਾਵੇ, ਉਹਨੂੰ ਨਾ ਫਿਰ ਵਾਕ ਸਿੱਧੀ ਪ੍ਰਾਪਤ ਹੋ ਜਾਂਦੀ ਹੈ, ਬਚਨ ਸੱਤ ਹੋਣ ਲੱਗ ਪੈਂਦੇ ਆ। ਹਾਲਾਂਕਿ ਬਹੁਤੀ ਵੱਡੀ ਗੱਲ ਨਹੀਂ ਹੈ ਇਹ, ਗੁਰੂ ਕੇ ਸਿੱਖਾਂ ਦੀ ਅਵਸਥਾ ਤਾਂ ਇਸ ਤੋਂ ਕਿਤੇ ਉੱਚੀ ਆ, ਪਰ ਉਹਨਾਂ ਨੂੰ ਹੋਰ ਤਾਂ ਕੋਈ ਪ੍ਰਾਪਤੀ ਨਹੀਂ ਹੁੰਦੀ। ਕਹੇ ਹੋਏ ਵਾਕ ਸੱਤ ਹੋਣ ਲੱਗ ਜਾਂਦੇ ਆ, ਤੇ ਵਾਕ ਸਿੱਧੀ ਜਿਹੜੀ ਉਹਨਾਂ ਦੀ, ਉਹ ਵੀ ਕੋਈ ਇਹ ਨਹੀਂ ਹੁੰਦੀ ਵੀ ਜਿੱਥੇ ਵਚਨ ਕਰ ਦਿੱਤਾ ਹਰ ਜਗ੍ਹਾ ਹੀ ਨਹੀਂ। 100 ਗਜ ਦੇ ਘੇਰੇ ਦੇ ਵਿੱਚ ਜੇਕਰ ਕੋਈ ਮਨੁੱਖ ਖੜਾ ਹੋਵੇ, ਉਹਨੂੰ ਕਹਿ ਦੇਣ ਵੀ ਤੂੰ ਇੱਥੇ ਖੜਾ ਹੀ ਭਸਮ ਹੋ ਜਾ, ਮਰ ਜਾ, ਉਹ ਮਰ ਜਾਂਦਾ। ਇਸੇ ਤਰ੍ਹਾਂ ਕੋਈ ਹੋਰ ਵਾਕ ਕਰ ਦੇਣ, ਉਹ ਵਾਕ ਪੂਰਾ ਹੋ ਜਾਂਦਾ। ਪਰ ਉਹ ਇੱਥੇ ਜੇ ਉਲਝ ਕੇ ਰਹਿ ਜਾਂਦੇ ਆ, ਦੁਨੀਆ ਦੇ ਲੋਕ ਉਹਨਾਂ ਦੀ ਪੂਜਾ ਕਰਨ ਲੱਗ ਪੈਂਦੇ ਆ, ਪਦਾਰਥ ਚੜਾਉਂਦੇ ਆ। ਪਦਾਰਥਾਂ ਦੇ ਬੰਧਨਾਂ ਦੇ ਵਿੱਚ ਬੱਝਿਆ ਹੋਇਆ ਸਾਧ ਫਿਰ ਸਾਧ ਸੰਗਤ ਜੀ ਮੁਕਤ ਨਹੀਂ ਹੋ ਸਕਦਾ, ਇਹਨਾਂ ਰਿੱਧੀਆਂ ਸਿੱਧੀਆਂ ਵਿੱਚ ਹੀ ਫਸਿਆ ਰਹਿ ਜਾਂਦਾ। ਸੋ ਸਤਿਗੁਰੂ ਪਾਤਸ਼ਾਹ ਕਹਿੰਦੇ, ਹੇ ਸ਼ਿਵ ਨਾਮ ਰਾਜੇ, ਇਸ ਤਰ੍ਹਾਂ ਦੇ ਸਾਧਨ ਕਰਕੇ, ਜਲ ਧਾਰੇ ਕਰਕੇ, ਧੂਣੀਆਂ ਤਾਪ ਕੇ, ਭੁੱਖੇ ਰਹਿ ਕੇ, ਇਹ ਤਾਮਸੀ ਬਿਰਤੀ ਦੇ ਸਹਿਤ ਜਿਹੜਾ ਤਪ ਕਰਨਾ ਹੈ, ਇਹ ਫਲ ਦੇਣ ਵਾਲਾ ਗਾਇਆ ਜਾਂਦਾ, ਕਿਹਾ ਜਾਂਦਾ ਹੈ। ਵਾਕ ਸਿੱਧੀ ਤਾਂ ਪ੍ਰਾਪਤ ਹੋ ਜਾਂਦੀ ਹੈ, ਪਰ ਹਿਰਦੇ ਦੇ ਵਿੱਚ ਬ੍ਰਹਮ ਗਿਆਨ ਦੀ ਦਾਤ ਇਸ ਨਾਲ ਪ੍ਰਾਪਤ ਨਹੀਂ ਹੁੰਦੀ। ਹਾਂ, ਜੇਕਰ ਕਹਿੰਦੇ ਕੋਈ ਇਹ ਭਗਤੀ ਕਰ ਲਏ, ਪਰ ਇਹਨੂੰ ਇੰਨਾ ਕੁ ਫਲ ਮਿਲਦਾ ਹੈ। ਫਿਰ ਕਹਿੰਦੇ ਇੰਦਰੀਆਂ ਨੂੰ ਮਾੜੇ ਕਰਮਾਂ ਤੋਂ ਰੋਕ ਕੇ ਰੱਖਣਾ। ਇਹ ਵੀ ਇੱਕ ਤਰ੍ਹਾਂ ਦੀ ਤਪੱਸਿਆ ਹੈ। ਇਹ ਰਾਜਸੀ ਗੁਣ ਦੇ ਸਹਿਤ, ਰਜੋ ਗੁਣ ਦੇ ਸਹਿਤ ਹੈ। ਸ਼ੁਭ ਕਰਮਾਂ ਨੂੰ ਧਾਰਨ ਕਰਨਾ। ਫਿਰ ਕਹਿੰਦੇ ਤੀਜਾ ਜਿਹੜਾ ਤਪ ਹੈ, ਤਪੱਸਿਆ ਦੀ ਕਿਸਮ ਤੀਜੀ ਹੈ, ਉਹ ਸਤੋ ਗੁਣ ਦੇ ਸਹਿਤ ਸ਼ਾਂਤ ਕੀ ਤਪ ਹੈ। ਉਹ ਕੀ ਹੈ? ਰੱਬ ਦੇ ਨਾਂ ਦੇ ਵਿੱਚ ਆਪਣੀ ਬਿਰਤੀ ਨੂੰ ਟਿਕਾ ਕੇ ਰੱਖਣਾ। ਤੇ ਦੂਜਾ ਨੇਮ ਕੀ ਹੈ? ਪਹਿਲਾ ਤਾਂ ਹੈ ਤਪ, ਦੂਜਾ ਹੈ ਸੰਤੋਖ। ਸੰਤੋਖ ਨੂੰ ਕਹਿੰਦੇ ਦੂਜਾ ਨਿਯਮ ਜਾਣ ਲਓ। ਇਹ ਕਹਿੰਦੇ 2 ਪ੍ਰਕਾਰ ਦਾ ਚੀਨਿਆ ਜਾਣਿਆ ਜਾਂਦਾ ਹੈ। ਇੱਕ ਤਾਂ ਕਿਸੇ ਦੇ ਹੱਥ ਕੋਈ ਪਦਾਰਥ ਆਵੇ ਨਾ, ਪ੍ਰਾਪਤੀ ਨਾ ਹੋਵੇ, ਜਿਸ ਨੂੰ ਪਦਾਰਥ ਕੋਲੇ ਹੈ ਨਹੀਂ, ਪਹੁੰਚ ਹੈ ਨਹੀਂ ਪਦਾਰਥ ਦੀ ਪ੍ਰਾਪਤੀ ਦੀ, ਤੇ ਮੁੱਖੋਂ ਕਹੀ ਜਾਵੇ ਵੀ ਅਸੀਂ ਤਾਂ ਜੀ ਸੰਤੋਖੀ ਹੁੰਨੇ ਆ। ਜਿਵੇਂ ਆਮ ਕਹਾਵਤ ਹੈ, ਤੇ ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਗਿੱਦੜ ਦਾਖ ਨਾ ਅਪੜੈ ਆਖੈ ਥੂ ਕੌੜੀ। ਉੱਪਰ ਤੱਕ ਉਹਦਾ ਹੱਥ ਜਾਂਦਾ ਨਹੀਂ, ਦਾਖਾਂ ਜਿੱਥੇ ਮਿੱਠੀਆਂ ਲੱਗੀਆਂ ਤੇ ਹੇਠਾਂ ਕੱਚੀਆਂ ਤੋੜ ਤੋੜ ਕੇ ਕਹੀ ਜਾਵੇ, ਥੂ ਥੂ ਕਰੀ ਜਾਵੇ ਵੀ ਇਹ ਤਾਂ ਕੌੜੀਆਂ ਹੁੰਦੀਆਂ, ਇਹ ਮਿੱਠੀਆਂ ਹੀ ਨਹੀਂ ਹੁੰਦੀਆਂ। ਪਹੁੰਚ ਅਪਰੋਚ ਉੱਥੋਂ ਤੱਕ ਨਾ ਹੋਣੀ, ਤੇ ਬਹਾਨਾ ਲਾ ਦੇਵੇ ਵੀ ਅਸੀਂ ਤਾਂ ਤਿਆਗੀ ਹੈ। ਇਸ ਪ੍ਰਕਾਰ ਦਾ ਕਹਿੰਦੇ ਜਿਨ੍ਹਾਂ ਦਾ ਸੁਭਾਅ ਹੈ, ਉਹਨਾਂ ਦੇ ਹਿਰਦਿਆਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪ੍ਰਸੰਨਤਾ ਨਹੀਂ ਹੁੰਦੀ। ਕਿਉਂਕਿ ਉਹ ਜਿਹੜਾ ਇਹ ਸਾਰਾ ਕਰਮ ਕਰਦੇ ਆ ਨਾ, ਵੀ ਅਸੀਂ ਪਦਾਰਥਾਂ ਦੇ ਤਿਆਗੀ ਹੈ, ਪਦਾਰਥ ਕੋਲ ਹੈ ਨਹੀਂ, ਲੋਕਾਂ ਦੇ ਵਿੱਚ ਭੇਖ ਦਿਖਾਵਾ ਜਾਂ ਕਰਦੇ ਆ, ਉਹ ਤੇ ਨਿੱਜੀ ਕੀਰਤੀ ਚਾਹੁੰਦੇ ਆ, ਆਪਣੀ ਮਹਿਮਾ ਚਾਹੁੰਦੇ ਹਨ। ਤੇ ਦੂਜੇ ਤਰ੍ਹਾਂ ਦਾ ਜਿਹੜਾ ਸੰਤੋਖ ਹੈ, ਉਹ ਹੈ ਜਥਾ ਲਾਭ ਤਥਾ ਸੰਤੁਸ਼ਟੀ। ਜਿੰਨਾ ਕੁ ਫਾਇਦਾ ਹੋਣਾ
ਉਹਦੇ ਵਿੱਚ ਹੀ ਮਨ ਨੂੰ ਸੰਤੁਸ਼ਟ ਕਰ ਲੈਣਾ। ਹਾਰ ਤੈਂ ਜੋਗੀ ਬਿਨ ਦੁਖ, ਉਹ ਬਿਨਾਂ ਦੋਸ਼ਾਂ ਤੋਂ ਜਿਹੜੇ ਵਾਹਿਗੁਰੂ ਦੇ ਨਾਲ ਜੁੜੇ ਹੋਏ ਯੋਗੀ ਹਨ, ਯੋਗ ਨਾਮ ਜੁੜਨ ਦਾ ਹੈ, ਜਿਹੜੇ ਜੁੜੇ ਹੋਏ ਜਗਿਆਸੂ ਹਨ ਉਹ ਧਾਰਨ ਕਰਦੇ ਹਨ। ਵਸਤ ਨ ਪ੍ਰਾਪਤ ਤਉ ਹਰਿ ਖਾਈ, ਜੇਕਰ ਉਹਨਾਂ ਨੂੰ ਕਿਸੇ ਵਸਤੂ ਦੀ, ਪਦਾਰਥ ਦੀ ਪ੍ਰਾਪਤੀ ਨਹੀਂ ਹੁੰਦੀ ਤਾਂ ਵੀ ਉਹ ਖੁਸ਼ ਰਹਿੰਦੇ ਹਨ। ਜੇ ਪ੍ਰਾਪਤ ਮੈਂ ਤਾਂ ਸੁਖ ਪਾਈ, ਜੇ ਪ੍ਰਾਪਤੀ ਹੋ ਜਾਵੇ ਤਾਂ ਵੀ ਉਹ ਸੁਖ ਪ੍ਰਾਪਤ ਕਰਦੇ ਹਨ। ਦੋਹਰਾ ਵਾਹਿਗੁਰੂ ਕੀ ਰਜਾਈ ਪੈ, ਅਕਾਲ ਪੁਰਖ ਵਾਹਿਗੁਰੂ ਜੀ ਦੀ ਰਜਾ ਵਿੱਚ, ਹੁਕਮ ਭਾਣੇ ਵਿੱਚ ਹਰਿ ਕੈ ਮਨ ਸੁਖ ਪਾਏ। ਇਸ ਪ੍ਰਕਾਰ ਕਹਿੰਦੇ ਉਹ ਮਨ ਦੇ ਵਿੱਚ ਸੁੱਖਾਂ ਦੀ ਪ੍ਰਾਪਤੀ ਕਰਕੇ ਪ੍ਰਸੰਨ ਹੁੰਦੇ ਹਨ। ਈਸ਼ਵਰ ਆਸਤਕ ਬੁੱਧ ਹੈ, ਤੀਜਾ ਜਿਹੜਾ ਨੇਮ ਹੈ ਉਹ ਹੈ ਆਸਤਕ ਬੁੱਧੀ, ਪਰਮਾਤਮਾ ਦੇ ਵਿੱਚ ਸ਼ਰਧਾ ਰੱਖਣੀ। ਪਰਮਾਤਮਾ ਤੇ ਭਰੋਸਾ ਨਾ ਰੱਖਣਾ ਉਹਨੂੰ ਨਾਸਤਿਕਤਾ ਕਿਹਾ ਜਾਂਦਾ ਹੈ, ਤੇ ਜਿਹੜਾ ਰੱਬ ਨੂੰ, ਧਰਮ ਨੂੰ, ਨਿਯਮਾਂ ਨੂੰ ਮੰਨਦਾ ਹੋਵੇ ਉਹਨੂੰ ਆਸਤਕ ਕਿਹਾ ਜਾਂਦਾ। ਇਹ ਜਿਹੜਾ ਤੀਜਾ ਨੇਮ, ਤੀਜਾ ਨਿਯਮ ਹੈ, ਸਤਿਗੁਰ ਪਾਤਸ਼ਾਹ ਕਹਿੰਦੇ ਰਾਜੇ ਸ਼ਿਵਨਾਭ ਆਸਤਕ ਬੁੱਧੀ ਹੋਣੀ। ਬੁੱਧੀ ਦੇ ਵਿੱਚ ਪਰਮਾਤਮਾ ਦੇ ਉੱਤੇ ਨਿਸ਼ਚਾ ਹੋਣਾ, ਭਰੋਸਾ ਹੋਣਾ। ਗੁਰ ਪਤ ਦ੍ਰਿੜ ਨਿਚਾਈ, ਗੁਰੂ ਦੇ ਬਚਨ ਆ ਜਿਹੜੇ ਉਹਨਾਂ ਦੇ ਉੱਤੇ ਦ੍ਰਿੜ ਨਿਸ਼ਚਾ, ਵਿਸ਼ਵਾਸ ਹੋਣਾ। ਤਉ ਕਈ ਤਉ ਦਾਨ ਦੇਤ ਕੋ ਦਾਤਾ, ਚੌਥਾ ਜਿਹੜਾ ਨੇਮ ਹੈ ਉਹ ਹੈ ਦਾਨ ਕਰ ਕਰਕੇ ਦਾਤਾ ਬਣਨਾ, ਦਾਨੀ ਬਣਨਾ। ਇਹ ਚੌਥਾ ਨੇਮ ਹੈ। ਤਾਨ ਰਾਜ ਸਤਗੁਣ ਤੇ ਕਤਰੇ ਪਾਤਾ ਪਾਤਾ, ਤੇ ਦਾਨ ਆ ਜਿਹੜਾ ਸਾਧ ਸੰਗਤ ਜੀ, ਇਹ ਵੀ ਅੱਗੇ ਤਿੰਨ ਪ੍ਰਕਾਰ ਦਾ ਹੈ। ਇੱਕ ਤਮੋ ਗੁਣ ਵਾਲਾ, ਇੱਕ ਰਜੋ ਗੁਣ ਵਾਲਾ ਤੇ ਇੱਕ ਸਤੋ ਗੁਣ ਦੇ ਸਹਿਤ, ਤਿੰਨੇ ਭਾਂਤ ਦਾ ਹੈ। ਹਰੈ ਕ੍ਰੋਧ ਸੋ ਬਿਨ ਸ਼ੁਭ ਕਾਲਾ, ਇੱਕ ਤਾਂ ਦਾਨ ਦੇਣਾ ਹੈ ਕਲਾ ਕਰਕੇ, ਕ੍ਰੋਧ ਕਰਕੇ, ਲੜਾਈ ਝਗੜਾ ਕਰਕੇ ਤੇ ਗੁੱਸਾ ਕਰਕੇ ਦਾਨ ਦੇਣਾ। ਕੋਈ ਮੰਗਤਾ ਆ ਗਿਆ, ਕੋਈ ਸਾਧ ਆ ਗਿਆ ਤੇ ਉਹਨੂੰ ਕਹਿਣਾ ਵੀ ਇਹਨੇ ਲਏ ਬਿਨਾਂ ਹਿੱਲਣਾ ਨਹੀਂ, ਤੇ ਭਗਾ ਕੇ ਜਿਵੇਂ ਕੁੱਤੇ ਅੱਗੇ ਰੋਟੀ ਸੁੱਟੀ ਦੀ ਆ ਨਾ, ਇਉਂ ਦਾਨ ਦੇਣਾ ਵੀ ਆਹ ਚੱਕ ਦਫਾ ਹੋ ਇੱਥੋਂ ਜਾ ਪਰੇ। ਇੱਕ ਤਾਂ ਇਸ ਤਰ੍ਹਾਂ ਦਾ ਦਾਨ ਦੇਣਾ, ਉਹ ਹੈ ਕਲਾ ਕਲੇਸ਼ ਦੇ ਨਾਲ ਔਰ ਅਣਮੰਨੇ ਮਨ ਦੇ ਨਾਲ ਜਿਹੜਾ ਦਾਨ ਕਰਨਾ। ਸੋ ਇਸ ਪ੍ਰਕਾਰ ਦਾ ਜਿਹੜਾ ਦਾਨ ਹੈ ਕ੍ਰੋਧ ਕਰਕੇ, ਗੁੱਸਾ ਕਰਕੇ। ਤੇ ਦੂਜਾ ਹੈ ਬਿਨ ਸ਼ੁਭ ਕਾਲਾ, ਬਿਨਾਂ ਸ਼ੁਭ ਕਾਲ ਤੋਂ, ਸ਼ੁਭ ਸਮਾਂ ਹੀ ਨਾ ਦੇਖਣਾ ਵੀ ਕਦੋਂ ਦਾਨ ਦੇਣ ਦਾ ਸਮਾਂ। ਜਦੋਂ ਕੋਈ ਭੁੱਖਾ ਆਇਆ ਉਦੋਂ ਉਹਨੂੰ ਕਹਿਣਾ ਬਹਿ ਜਾ, ਤੇ ਜਦੋਂ ਉਹਨੂੰ ਭੁੱਖ ਨਹੀਂ ਉਦੋਂ ਕਹਿਣਾ ਵੀ ਆ ਜਾ ਬਹਿ ਜਾ, ਤੈਨੂੰ ਭੋਜਨ ਪ੍ਰਸ਼ਾਦਾ ਛਕਾਵਾਂ। ਬਿਨਾਂ ਸਹੀ ਸਮੇਂ ਤੋਂ ਜਿਹੜਾ ਦਾਨ ਕਰਨਾ ਹੈ, ਇਸ ਪ੍ਰਕਾਰ ਦਾ ਜਿਹੜਾ ਦਾਨ ਹੈ ਇਹ ਤਾਮਸੀ, ਗੁੱਸਾ ਧਾਰਨ ਕਰਕੇ, ਤਮਾ ਧਾਰਨ ਕਰਕੇ, ਜਿਹੜਾ ਬਹੁਤੀ ਕ੍ਰੋਧ ਅਗਨੀ ਦੇ ਵਿੱਚ ਜਲ ਬਲ ਕਰਕੇ ਜਿਹੜਾ ਦਾਨ ਦੇਣਾ ਹੈ। ਇੱਕ ਤਾਂ ਹੈ ਇਹ ਤਾਮਸੀ ਦਾਨ, ਤੇ ਦੂਜਾ ਜਿਹੜਾ ਆਪਣਾ ਜਸ ਕਰਾਉਣ ਵਾਸਤੇ ਦਾਨ ਦੇਣਾ। ਬਈ ਲੋਕ ਕਹਿਣ ਵੀ ਫਲਾਣਾ ਬੜਾ ਦਾਨੀ ਹੈ, ਉਹ ਤਾਂ ਇੰਨਾ ਵੱਡਾ ਲੰਗਰ ਲਾਉਂਦਾ, ਉਹ ਤਾਂ ਅਖੰਡ ਪਾਠ ਵੀ ਕਰਾਉਂਦਾ, ਉਹ ਤਾਂ ਫਲਾਣੀ ਜਗ੍ਹਾ ਦੇ ਉੱਤੇ ਵੀ ਦਾਨ ਆਮ ਦੇਖੀਦਾ ਨਾ, ਆ ਦਰਜਨ ਕੇਲਿਆਂ ਦੀ ਫੜ ਕੇ ਹਸਪਤਾਲਾਂ ਦੇ ਵਿੱਚ ਫੋਟੋਆਂ ਖਿਚਾਉਂਦੇ ਫਿਰਦੇ ਹੁੰਦੇ ਆ ਕਈ, ਉਹ ਦਿਖਾਵਾ ਹੀ ਹੁੰਦਾ। ਇਹ ਦੂਜੀ ਪ੍ਰਕਾਰ ਦਾ ਦਾਨ ਹੈ ਜਿਹੜਾ ਇੱਥੇ ਸਤਿਗੁਰੂ ਜੀ ਵਰਣਨ ਕਰ ਰਹੇ ਆ। ਗੁਰੂ ਘਰ ਦੇ ਵਿੱਚ ਪੱਖਾ ਭੇਟ ਕਰ ਦੇਣਾ ਤੇ ਸਾਰੇ ਬਲੇਡਾਂ ਦੇ ਉੱਤੇ ਨਾਨਕਿਆਂ ਦਾਦਕਿਆਂ ਦੇ ਨਾਂ ਲਿਖਾ ਦੇਣੇ, ਇਹ ਵੀ ਦਿਖਾਵੇ ਦਾ ਦਾਨ ਹੈ। ਇਸੇ ਤਰ੍ਹਾਂ ਸੰਗਤ ਵਿੱਚ ਆਉਣਾ, ਸੰਗਤ ਸਾਰੀ ਆਰਾਮ ਨਾਲ ਬੈਠੀ ਕਥਾ ਕੀਰਤਨ ਸੁਣ ਰਹੀ ਹੋਵੇ ਤੇ ਆਹ ਸਿੱਕਾ ਨਾ 1 ਰੁਪਈਏ ਦਾ, 5 ਦਾ, 10 ਦਾ ਲਿਆ ਕੇ ਆ ਲੋਹੇ ਦੀ ਗੋਲਕ ਦੇ ਉੱਤੇ ਭੜਕਾ ਕੇ ਮਾਰਨਾ ਚੰਗੀ ਤਰ੍ਹਾਂ ਖੜਕਾ ਕਰਕੇ, ਵੀ ਜਿਹੜੇ ਚਾਰ ਬੈਠੇ ਆ ਉਹਨਾਂ ਨੂੰ ਪਤਾ ਲੱਗ ਜੇ ਵੀ ਫਲਾਣਾ ਸਿਓ ਨੇ ਗੋਲਕ ਦੇ ਵਿੱਚ ਕੁਝ ਪਾਇਆ, ਐਵੇਂ ਨਹੀਂ ਫੋਕਾ ਹੀ ਨਹੀਂ ਮੱਥਾ ਟੇਕ ਦਿੱਤਾ। ਇਹ ਦਿਖਾਵੇ ਦਾ ਦਾਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਰਾਜੇ ਸ਼ਿਵਨਾਭ ਨੂੰ ਉਪਦੇਸ਼ ਦਿੰਦੇ ਹੋਏ ਕਹਿੰਦੇ ਦਾਨ ਦੀ ਦੂਜੀ ਕਿਸਮ ਹੈ, ਕਹਿੰਦੇ ਆਪਣਾ ਜਸ ਕਰਾਉਣ ਵਾਸਤੇ, ਵਡਿਆਈ ਕਰਾਉਣ ਵਾਸਤੇ ਜਿਹੜਾ ਦਾਨ ਦੇਣਾ ਹੈ। ਇਹ ਕਹਿੰਦੇ ਰਾਜਸੀ ਰਜੋ ਗੁਣ ਦੇ ਤਹਿਤ ਹੈ, ਤੇ ਇਹਦਾ ਫਲ ਤਾਂ ਹੈ ਪਰ ਫਲ ਦੀ ਜਿਹੜੀ ਪ੍ਰਾਪਤੀ ਉਹ ਬਹੁਤ ਘੱਟ ਹੈ। ਤੇ ਤੀਜੇ ਪ੍ਰਕਾਰ ਦਾ ਜਿਹੜਾ ਉੱਤਮ ਦਾਨ ਹੈ, ਕਿਸੇ ਨੂੰ ਬੇਨਤੀ ਕਰਕੇ, ਜਗਿਆਸੂ ਅਧਿਕਾਰੀ ਦੇਖ ਕੇ ਵੀ ਵਾਕਈ ਲੋੜਵੰਦ ਹੈ, ਆ ਬੱਚੇ ਦੀ ਸਕੂਲ ਦੀ ਫੀਸ ਭਰਨ ਵਾਲੀ ਹੈ, ਇਹ ਭਰ ਦਈਏ ਤੇ ਕੱਲ੍ਹ ਨੂੰ ਇਹ ਪੜ੍ਹ ਲਿਖ ਕੇ ਕਿਸੇ ਪ੍ਰਾਪਤੀ 'ਤੇ ਪਹੁੰਚ ਜਾਏਗਾ,
ਕੋਈ ਪੈਰੋਂ ਨੰਗਾ ਧੁੱਪ ਦੇ ਵਿੱਚ ਸੜਦਾ ਬਲਦਾ ਤੁਰਿਆ ਜਾਂਦਾ, ਉਹਨੂੰ ਜੁੱਤੀ ਪਹਿਨਾ ਦੇਣੀ, ਚੱਪਲ ਪਹਿਨਾ ਦੇਣੀ। ਕੋਈ ਪਿਆਸਾ ਜ਼ੁਬਾਨ ਤਾਲੂ ਨਾਲ ਲੱਗੀ ਹੋਈ ਹੈ, ਉਹਨੂੰ ਸਹੀ ਸਮੇਂ ਦੇ ਉੱਤੇ ਜਲ ਛਕਾ ਦੇਣਾ। ਭੁੱਖੇ ਨੂੰ ਭੋਜਨ ਪ੍ਰਸ਼ਾਦਾ ਸਹੀ ਸਮੇਂ 'ਤੇ ਮਨ ਦੇ ਵਿੱਚ ਦਇਆ ਧਾਰਨ ਕਰਕੇ ਛਕਾ ਦੇਣਾ। ਇਹ ਤੀਜੇ ਪ੍ਰਕਾਰ ਦਾ ਜਿਹੜਾ ਦਾਨ ਹੈ। ਔਰ ਇਸ ਪ੍ਰਕਾਰ ਦਾ ਜਿਹੜਾ ਦਾਨ ਅਧਿਕਾਰੀ ਨਰ ਨੂੰ ਦੇਖ ਕੇ ਕਰਨਾ। ਇਹੋ ਸ਼ਾਂਤ ਕੀ ਫਲਤ ਵਛੇਟੀ। ਇਹ ਕਹਿੰਦੇ ਸ਼ਾਂਤ ਕੀ ਦਾਨ ਹੈ, ਸਤੋ ਗੁਣ ਦੇ ਸਹਿਤ ਦਾਨ ਹੈ ਤੇ ਬਹੁਤਾ ਹੀ ਫਲਦਾ ਹੈ। ਬਹੁਤ ਇਹਦਾ ਪੁੰਨ ਫਲ ਪ੍ਰਾਪਤ ਹੁੰਦਾ। ਜਿਵੇਂ ਆਸਾ ਦੀ ਵਾਰ ਦੇ ਵਿੱਚ ਵੀ ਆਪਾਂ ਸਤਿਗੁਰੂ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਸਤਿਆ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ, ਦੇ ਦੇ ਮੰਗੈ ਸਹਿਸਾ ਗੁਣਾ ਸੋਭ ਕਰੇ ਸੰਸਾਰ। ਇਸ ਤਰ੍ਹਾਂ ਦੇ ਦਾਨੀ ਦੁਨੀਆ ਦੇ ਵਿੱਚ ਹੈ। ਇੱਕ ਤੇ ਹੈਗੇ ਸਤ ਪ੍ਰਤੱਗੀ, ਦਾਨ ਦਿੱਤਾ ਤੇ ਮੁੜ ਕੇ ਉਧਰ ਨੂੰ ਦੇਖਣਾ ਵੀ ਨਾ, ਬਸ ਠੀਕ ਹੈ, ਸਹੀ ਜਗ੍ਹਾ ਦੇ ਉੱਤੇ ਦਾਨ ਕਰ ਦਿੱਤਾ। ਸੰਤੋਖੀ ਹੋਵੇ ਅੱਗੇ ਦਾਨ ਲੈਣ ਵਾਲਾ, ਸਤੀ ਦੇਹ ਸੰਤੋਖੀ ਖਾਏ। ਸੋ ਇਸ ਪ੍ਰਕਾਰ ਸਤਿਆ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ। ਇੱਕ ਹੁੰਦਾ ਵਿਚਾਰ ਵਿਚਾਰ ਕੇ ਦਾਨ ਦੇਣਾ, ਵੀ ਦਾਨ ਦੇਵਾਂ ਕਿ ਨਾ ਦੇਵਾਂ। ਬਟੂਏ ਦੇ ਵਿੱਚ ਹੱਥ ਪਾ ਲੈਣਾ, ਜੇਬ ਦੇ ਵਿੱਚੋਂ ਕੱਢ ਕੇ ਵੀ ਹੁਣ ਨੋਟ ਕਿੰਨੇ ਦਾ ਕੱਢਾਂ ਸੋਚੀ ਜਾਣਾ। ਇਹ ਵੀ ਇੱਕ ਪ੍ਰਕਾਰ ਦਾ ਦਾਨ। ਦੇਣਾ ਕਹਿ ਵਿਚਾਰ, ਵਿਚਾਰ ਕਰ ਕਰਕੇ ਦਾਨ ਦੇਣਾ। ਫਿਰ ਇੱਕ ਹੈ ਦੇ ਦੇ ਮੰਗੈ ਸਹਿਸਾ ਗੁਣਾ। ਦਾਨ ਤਾਂ ਦਿੱਤਾ ਪਰ ਹਜ਼ਾਰਾਂ ਗੁਣ ਆਸ ਰੱਖਣੀ। 10 ਰੁਪਏ ਗੁਰੂ ਦੀ ਗੋਲਕ ਵਿੱਚ ਪਾਏ ਤੇ ਆ ਕੇ ਬੇਨਤੀ ਕਰਨੀ, ਮਹਾਰਾਜ 1 ਲੱਖ ਰੁਪਏ ਦੀ ਲਾਟਰੀ ਨਿਕਲ ਆਵੇ। ਸੇਵਾ ਥੋਰੀ ਮੰਗਣ ਬਹੁਤਾ, ਮਹਿਲ ਨਾ ਪਾਵੈ ਕਹਿ ਤੋਂ ਬਹੁਤਾ। ਢੇਲੀ ਦੇ ਕੇ ਹਵੇਲੀ ਮੰਗ ਲੈਣੀ, ਗੰਢਾ ਦਾਨ ਕਰਕੇ ਸੰਡਾ ਮੰਗ ਲੈਣਾ, ਵੀ ਕੋਈ ਖੇਤ ਗੱਡੇ ਤੇ ਜੋੜਨ ਵਾਸਤੇ ਕੋਈ ਤਕੜਾ ਝੋਟਾ ਹੀ ਮਿਲ ਜਾਏ। ਸੋ ਇਸ ਪ੍ਰਕਾਰ ਦਾ ਜਿਹੜਾ ਦਾਨ ਹੈ, ਦੇ ਦੇ ਮੰਗੈ ਸਹਿਸਾ ਗੁਣਾ ਸੋਭ ਕਰੇ ਸੰਸਾਰ। ਤੇ ਇੱਕ ਦਾਨ ਹੈ ਇਸ ਕਰਕੇ ਦੇਣਾ ਵੀ ਸੰਸਾਰ ਮੇਰੀ ਸ਼ੋਭਾ ਕਰੇ, ਵੀ ਫਲਾਣਾ ਬੜਾ ਦਾਨੀ ਹੈ। ਜਿਵੇਂ ਮਲਕ ਭਾਗੋ ਦਾਨ ਕਰਦਾ ਸੀ ਨਾ, ਹੈ ਤਾਂ ਲੋਕਾਂ ਦਾ ਖੂਨ ਚੂਸਦਾ ਸੀ, ਲੋਕਾਂ ਦੀ ਕਿਰਤ ਕਮਾਈ, ਹੱਕਾਂ ਦੇ ਉੱਤੇ ਡਾਕਾ ਮਾਰਨਾ, ਕਿਸੇ ਨੂੰ ਉਹਨਾਂ ਦੀ ਮਿਹਨਤ ਪੂਰੀ ਨਾ ਦੇਣੀ, ਵੱਢੀ ਲੈਣੀ, ਰਿਸ਼ਵਤਖੋਰੀ ਕਰਨੀ। ਰਿਸ਼ਵਤਖੋਰੀ ਕਰਕੇ 2 ਨੰਬਰ ਦਾ ਪੈਸਾ ਜੋੜਿਆ ਹੋਵੇ, ਪਰ ਉਹ 2 ਨੰਬਰ ਦੀ ਕਮਾਈ ਦੇ ਵਿੱਚੋਂ ਕੁਝ ਕੁ ਹਿੱਸਾ ਕਹਦੇ ਵੀ ਚੱਲ ਲੰਗਰ ਲਾ ਦਿੰਦੇ ਆ, ਅਖੰਡ ਪਾਠ ਕਰਾ ਦਿੰਦੇ ਆ। ਸੋਭ ਕਰੇ ਸੰਸਾਰ, ਤਾਂ ਕਿ ਸੰਸਾਰ ਮੇਰੀ ਸ਼ੋਭਾ ਕਰੇ, ਮੇਰੀ ਉਪਮਾ ਲੋਕਾਂ ਦੇ ਵਿੱਚ ਮੇਰਾ ਜਸ ਫੈਲੇ, ਲੋਕ ਮੈਨੂੰ ਮਾੜਾ ਨਾ ਕਹਿਣ, ਮੇਰੇ ਮਾੜੇ ਕਰਮ ਢਕੇ ਜਾਣ। ਇਹ ਸੋਚ ਮਨ ਵਿੱਚ ਰੱਖ ਕੇ ਦਾਨ ਕਰਨਾ। ਇਸ ਪ੍ਰਕਾਰ ਦੇ ਵੱਖੋ ਵੱਖਰੇ ਦਾਨੀ ਹੈ। ਦੁਨੀਆ ਦੇ ਉੱਤੇ ਦਾਨੀਆਂ ਦੀ ਸਾਧ ਸੰਗਤ ਜੀ ਕੋਈ ਕਮੀ ਨਹੀਂ ਹੈ। ਬਹੁਤ ਦਾਨੀ ਇਹ ਧਰਤੀ ਦੇ ਉੱਤੇ ਰਾਜੇ ਹਰੀਚੰਦ ਵਰਗੇ ਹੋਏ ਹਨ। ਗੁਰਬਾਣੀ ਦੇ ਵਚਨ ਹਨ, ਹਰੀਚੰਦ ਦਾਨ ਕਰੇ ਜਸ ਲੇਵੈ, ਬਿਨ ਗੁਰ ਅੰਤ ਨਾ ਪਾਏ ਅਭੇਵੈ। ਰਾਜੇ ਕਰਨ ਵਰਗੇ, ਮਹਾਭਾਰਤ ਆਪਾਂ ਪੜ੍ਹਦੇ ਹਾਂ, ਐਡਾ ਦਾਨੀ ਸੀ ਰਾਜਾ ਕਰਨ, ਬਈ ਸਵਾ ਮਣ ਸੋਨਾ ਰੋਜ਼ਾਨਾ ਉਹ ਦਾਨ ਕਰਦਾ ਸੀ ਲੋੜਵੰਦਾਂ। ਅੰਤਲਾ ਸਮਾਂ ਆਇਆ, ਮੈਦਾਨੇ ਜੰਗ ਵਿੱਚ ਡਿੱਗਿਆ ਪਿਆ ਜ਼ਖਮੀ ਹੋ ਕੇ। ਪਰਮਾਤਮਾ ਨੇ, ਭਗਵਾਨ ਨੇ ਇਹਦੀ ਪ੍ਰੀਖਿਆ ਲੈਣੀ ਚਾਹੀ, ਵੀ ਸਾਰੀ ਜ਼ਿੰਦਗੀ ਦਾਨ ਕਰਦਾ ਰਿਹਾ ਤੇ ਅੰਤਮ ਸਮੇਂ ਹੁਣ ਦੇਖਦੇ ਆ ਕਿਵੇਂ ਦਾਨ ਕਰੂਗਾ। ਪਹੁੰਚ ਕੇ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਕਹਿਣ ਲੱਗੇ, ਇਹ ਦਾਨੀ ਦਾਤਾ ਕਰਨ ਮਹਾਰਾਜ, ਤੁਹਾਡੀ ਬੜੀ ਮਹਿਮਾ ਸੁਣੀ ਹੈ ਵੀ ਤੁਹਾਡੇ ਦਰ ਦੇ ਉੱਤੋਂ ਕਦੇ ਕੋਈ ਖਾਲੀ ਨਹੀਂ ਗਿਆ, ਤੇ ਮੈਂ ਗਰੀਬ ਬ੍ਰਾਹਮਣ ਤੁਹਾਡੇ ਦੁਆਰੇ ਤੇ ਆਇਆ, ਮੈਨੂੰ ਕੁਝ ਨਾ ਕੁਝ ਦਾਨ ਦਿਓ। ਹੁਣ ਮੈਦਾਨੇ ਜੰਗ ਵਿੱਚ ਕੋਲ ਕੀ ਸੀ, ਉੱਠ ਵੀ ਨਹੀਂ ਸਕਦਾ ਸੀ, ਜ਼ਖਮੀ ਹੋਇਆ ਸੀ। ਕੀ ਆਖਿਆ? ਕਹਿੰਦਾ ਬ੍ਰਾਹਮਣ ਜੀ ਪਹਿਲਾਂ ਮੇਰਾ ਇੱਕ ਵਚਨ ਪੂਰਾ ਕਰੋ, ਉਹ ਜੋ ਸਾਹਮਣੇ ਵੱਟਾ ਪਿਆ ਨਾ ਉਹ ਲਿਆ ਕੇ ਮੇਰੇ ਹੱਥ ਫੜਾ ਦਿਓ। ਉਹ ਭਗਵਾਨ ਬ੍ਰਾਹਮਣ ਦੇ ਰੂਪ ਵਿੱਚ ਹੈ। ਉਹਨਾਂ ਨੇ ਲਿਆ ਕੇ ਰਾਜੇ ਕਰਨ ਦੇ ਹੱਥ ਵਿੱਚ ਵੱਟਾ ਦੇ ਦਿੱਤਾ। ਵੱਟਾ ਹੱਥ ਦੇ ਵਿੱਚ ਲਿਆ ਤੇ ਰਾਜੇ ਕਰਨ ਨੇ ਮੈਦਾਨੇ ਜੰਗ ਵਿੱਚ ਡਿੱਗਿਆ ਪਿਆ। ਦਾਨ ਦੇਣ ਦੇ ਪ੍ਰਣ ਨੂੰ ਕਿਵੇਂ ਨਿਭਾਇਆ? ਜ਼ੋਰ ਦੀ ਵੱਟਾ ਮੂੰਹ ਖੋਲ ਕੇ ਆਪਣੇ ਅਗਲੇ ਦੰਦਾਂ ਦੇ ਉੱਤੇ ਮਾਰਿਆ। ਦੰਦਾਂ ਦੇ ਉੱਤੇ ਸੋਨੇ ਦਾ ਪੱਤਰਾ ਚਾੜਿਆ ਹੋਇਆ ਸੀ, ਦੰਦ ਤੋੜ ਕੇ ਬ੍ਰਾਹਮਣ ਦੇ ਅੱਗੇ ਰੱਖ ਦਿੱਤੇ। ਕਹਿੰਦਾ ਲਓ ਜੀ, ਆਹ ਦਾਨ ਪ੍ਰਵਾਨ ਕਰੋ। ਇਹੋ ਜਿਹੇ ਵੀ ਦਾਨੀ ਦੁਨੀਆ ਦੇ ਉੱਤੇ ਹੋਏ। ਪਰ ਦਾਨ ਦੇ ਕੇ ਆਪਣੀ ਮਹਿਮਾ ਕਰਾਉਣ ਦੀ ਜਾਚਨਾ ਕਰਨੀ, ਮੈਨੂੰ ਹਜ਼ਾਰਾਂ ਗੁਣ ਮਿਲ ਜਾ, ਹਜ਼ਾਰਾਂ ਗੁਣਾ ਮਿਲੇ, ਐਸਾ ਦਾਨ ਫਲੀ ਭੂਤ ਨਹੀਂ ਹੁੰਦਾ। ਸ਼ਾਂਤ ਕੀ ਬਿਰਤੀ ਸਹਿਤ ਸਤ ਪ੍ਰਤੱਗੀ ਹੋ ਕੇ, ਨਿਸ਼ਕਾਮ ਹੋ ਕੇ ਜਿਹੜਾ ਦਾਨ ਕਰਨਾ,
ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਲੀਭੂਤ ਕਰਦੇ ਆ। ਉਹਦਾ ਮਹਾਤਮਾ ਜ਼ਰੂਰ ਗੁਰੂ ਕੇ ਸਿੱਖ ਨੂੰ ਮਿਲਦਾ ਹੈ। ਸੋ ਇਸ ਪ੍ਰਕਾਰ ਸ਼ਿਵਨਾਭ ਰਾਜੇ ਨੂੰ ਸਤਿਗੁਰੂ ਜੀ ਕਹਿ ਰਹੇ ਨੇ ਕਿ ਇਹ ਦਾਨ ਦਾ ਜਿਹੜਾ ਨੇਮ ਹੈ ਇਹ ਵੀ ਨਿਭਾਉਣਾ ਚਾਹੀਦਾ ਹੈ। ਵਾਹਿਗੁਰੂ ਕੋ ਜਾਣੈ, ਵਾਹਿਗੁਰੂ ਪਰਮੇਸ਼ਰ ਨੂੰ ਸਰਬ ਕਲਾ ਸਮਰੱਥ ਜਾਣ ਕੇ ਸਭੈ ਪਦਾਰਥ ਦੇ, ਇਹ ਜਾਣਨਾ, ਇਹ ਮਨ ਵਿੱਚ ਧਾਰਨਾ ਧਾਰ ਲੈਣੀ ਕਿ ਉਹ ਵਾਹਿਗੁਰੂ ਸਾਰੇ ਪਦਾਰਥ ਦੇਣ ਵਾਲਾ ਹੈ। ਤਨ ਆਪਣਾ ਮਨਈ, ਤਨਕ ਮਾਤਰ ਵੀ, ਰੱਤੀ ਮਾਤਰ, ਤਿਣਕੇ ਮਾਤਰ ਵੀ ਕਿਸੇ ਚੀਜ਼ ਨੂੰ ਆਪਣੀ ਨਾ ਮੰਨਣਾ। ਪਾਣੀ ਅਖੈ ਫਲ ਦੇ, ਇਉਂ ਜਿਹੜਾ ਕਹਿੰਦੇ ਵਿਅਕਤੀ ਧਾਰਨ ਕਰ ਲੈਂਦਾ ਨਾ, ਉਹਨੂੰ ਫਲ ਜਿਹੜਾ ਪ੍ਰਾਪਤ ਹੁੰਦਾ ਹੈ, ਇਹਦਾ ਮਹਾਤਮ ਪ੍ਰਾਪਤ ਹੁੰਦਾ, ਉਹ ਅਖੈ ਕਦੇ ਨਾਸ਼ ਨਹੀਂ ਹੁੰਦਾ, ਬੇਅੰਤ ਹੀ ਮਹਾਤਮ ਫਲ ਉਸ ਨੂੰ ਮਿਲਦਾ ਹੈ। ਕਾਉ ਗਈ ਲਗ ਕਦਮ ਦਿਆ ਕੋ ਦਾਨਾ, ਫਿਰ ਕਹਿੰਦੇ ਹੋਰ ਵੀ ਦਾਨ ਹਨ, ਦਰਬ ਦਾ, ਧਨ ਦਾ, ਪੈਸੇ ਦਾ ਦਾਨ ਜਾਂ ਵਿਦਿਆ ਦਾ ਦਾਨ। ਵਿਦਿਆ ਦਾ ਦਾਨ ਦੇਣਾ ਕਿਸੇ ਨੂੰ, ਇਹ ਸਾਧ ਸੰਗਤ ਜੀ ਬਹੁਤ ਵੱਡਾ ਦਾਨ ਹੈ। ਸਤਿਗੁਰੂ ਸਾਹਿਬ ਜੀ ਨੇ ਸਿੱਖੀ ਸਾਜੀ ਹੈ, ਅਤੇ ਜੇ ਸਿੱਖੀ ਨੂੰ ਸਮਝਣ ਵਾਲਾ ਕੋਈ ਸਿੱਖ ਹੋਇਆ ਪੂਰੀ ਤਰ੍ਹਾਂ, ਅਤੇ ਉਹ ਗੁਰੂ ਘਰ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਹਨ। ਸਤਿਗੁਰੂ ਨੇ ਸਿੱਖੀ ਸਾਜੀ ਅਤੇ ਸਮਝੀ ਭਾਈ ਗੁਰਦਾਸ ਨੇ। ਇਸੇ ਕਰਕੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਰੂਪ ਹੋਣ ਦਾ ਮਾਣ ਸਤਿਗੁਰੂ ਨੇ ਬਖਸ਼ਿਆ। ਗੁਰਬਾਣੀ ਕੀ ਕੁੰਜੀ ਬਾਣੀ ਜੋ ਭਾਈ ਗੁਰਦਾਸ ਵਖਾਣੀ। ਉਹ ਭਾਈ ਗੁਰਦਾਸ ਜੀ ਵਿਦਿਆ ਦੀ ਮਹਿਮਾ ਦੱਸਦੇ ਹਨ। ਵਿਦਿਆ ਦਾ ਦਾਨ ਦੇਣ ਦੇ ਨਾਲ ਪ੍ਰਾਪਤੀ ਕੀ ਹੁੰਦੀ ਹੈ? ਕਹਿੰਦੇ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦਿੰਦੇ, ਤੈਸਾ ਪੁਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਗੁਰਬਾਣੀ ਦਾ ਇੱਕ ਵੀ ਲਫ਼ਜ਼, ਇੱਕ ਵੀ ਸ਼ਬਦ ਗੁਰੂ ਕੇ ਸਿੱਖ ਨੂੰ ਸ਼ੁੱਧ ਸਿਖਾ ਦਿੱਤਾ ਨਾ, ਕੋਈ 7 ਮੰਦਰ 7 ਮਹਿਲ ਸੋਨੇ ਦੇ ਉਸਾਰ ਕੇ ਦਾਨ ਕਰ ਦੇਵੇ, ਉਹਨਾਂ ਫਲ ਗੁਰੂ ਕੇ ਉਸ ਪਰਉਪਕਾਰੀ ਸਿੱਖ ਨੂੰ ਮਿਲਦਾ ਜਿਹੜਾ ਵਿਦਿਆ ਦਾ ਦਾਨ ਬਖਸ਼ਿਸ਼ ਕਰਦਾ। ਇਸ ਕਰਕੇ ਵਿਦਿਆ ਦਾਤੇ ਦਾ ਵੀ ਹਮੇਸ਼ਾ ਮਾਣ ਸਤਿਕਾਰ ਕਰਨਾ ਚਾਹੀਦਾ, ਚਾਹੇ ਕਿਸੇ ਤੋਂ ਇੱਕ ਵੀ ਅੱਖਰ ਸਿੱਖੀਏ। ਕਦੇ ਵੀ ਸਾਡੀ ਜ਼ੁਬਾਨ ਦੇ ਉੱਤੇ ਨਿੰਦਿਆ ਦੇ ਵਚਨ ਨਹੀਂ ਆਉਣੇ ਚਾਹੀਦੇ, ਮਾੜਾ ਨਹੀਂ। ਅਤੇ ਜਿਹੜਾ ਵਿਦਿਆ ਦਾ ਦਾਨ ਦੇਣ ਵਾਲਾ ਹੈ, ਉਹ ਵੀ ਵਿਦਿਆ ਮਨ ਵਿੱਚ ਹਉਮੈ ਹੰਕਾਰ ਕਰਕੇ ਨਾ ਦੇਵੇ ਵੀ ਮੈਂ ਉਸਤਾਦ ਹਾਂ, ਮੈਨੂੰ ਬਹੁਤਾ ਆਉਂਦਾ। ਇਹ ਦਾਤ ਵਾਹਿਗੁਰੂ ਦੀ ਜਾਣੇ। ਫਿਰ ਅੱਗੇ ਇਹ ਵਿਦਿਆ ਦੀ ਜਿਹੜੀ ਦਾਤ ਆ, ਉਹ ਅੱਗੇ ਅਧਿਕਾਰੀ ਨੂੰ ਬਖਸ਼ਿਸ਼ ਕਰੇ। ਜਿਹੜਾ ਵਿਦਿਆ ਲੈਣ ਦਾ ਅਧਿਕਾਰੀ ਹੈ, ਜਗਿਆਸੂ ਹੈ, ਕੱਲ੍ਹ ਵੀ ਸਰਵਣ ਕੀਤਾ ਸੀ। ਇਹ ਵੇਦ ਕੋ ਗਿਆਨ ਸੋ ਜਾਣਨ ਤੇ ਅਭਿਮਾਨ ਮਦਾਦ ਵਿਕਾਰ ਵਿਨਾਸ਼ੇ, ਪੁਨ ਕੇਚਿਤ ਨੀਚਨ ਕੋ ਬਹੁਬੋਧ, ਅਭਿਮਾਨ ਮਦਾਦ ਵਿਕਾਰ ਨਿਵਾਸੇ। ਅਚ ਅੰਮ੍ਰਿਤ ਜਾਸ ਹਲਾਹ ਲਵੈ, ਨਹਿ ਔਖਦ ਵੈਦ ਨਹੀਂ ਕਛ ਤਾਸੇ, ਜਨ ਪਾਤਰ ਸੁਪਾਤਰ ਕੋ ਸੋਧ ਕੈ ਬੋਧ ਕਰੇ, ਬੁੱਧਵਾਨ ਜੋ ਬੁੱਧ ਪ੍ਰਕਾਸ਼ੇ। ਕਹਿੰਦੇ ਕਈਆਂ ਨੂੰ ਇਹ ਵਿਦਿਆ ਪ੍ਰਾਪਤੀ ਹੋ ਜਾਏ ਅਧਿਕਾਰੀਆਂ ਨੂੰ, ਅਤੇ ਉਹਨਾਂ ਦੇ ਹਉਮੈ ਹੰਕਾਰ ਵਿਸ਼ੇ ਵਿਕਾਰ ਨਾਸ਼ ਹੋ ਜਾਂਦੇ। ਕਈ ਅਣਅਧਿਕਾਰੀ ਵਿਦਿਆ ਲੈ ਜਾਣ ਅਤੇ ਉਹਨਾਂ ਦੇ ਮਨ ਵਿੱਚ ਫਿਰ ਹਉਮੈ ਹੰਕਾਰ ਨਿਵਾਸ ਕਰ ਲੈਂਦਾ ਹੈ। ਵਿਦਿਆ ਪੜ੍ਹ ਕੇ ਹੰਕਾਰੀ ਹੋ ਜਾਂਦੇ ਆ। ਪ੍ਰਮਾਣ ਦਿੱਤਾ ਸ਼ਾਸਤਰ ਨੇ, ਕਹਿੰਦੇ ਜੇ ਕੋਈ ਮਿੱਠਾ ਛਕੇ, ਅੰਮ੍ਰਿਤ ਛਕੇ ਅਤੇ ਅੰਦਰ ਜਾ ਕੇ ਉਹਦੇ ਜ਼ਹਿਰ ਬਣੇ, ਉਹਦੇ ਵਾਸਤੇ ਤਾਂ ਫਿਰ ਕੋਈ ਦਵਾਈ ਨਹੀਂ, ਕੋਈ ਵੈਦ ਨਹੀਂ ਕੰਮ ਕਰ ਸਕਦਾ। ਇਸ ਕਰਕੇ ਕਹਿੰਦੇ ਵਿਦਵਾਨ ਜਨਾਂ ਨੂੰ ਇਹ ਤਾਕੀਦ ਹੈ ਕਿ ਅਧਿਕਾਰੀ ਜਾਂ ਅਣਅਧਿਕਾਰੀ ਦੇਖ ਕੇ ਵਿਦਿਆ ਦਾ ਦਾਨ ਦੇਣਾ ਚਾਹੀਦਾ। ਔਰ ਵਿਦਿਆ ਪ੍ਰਾਪਤੀ ਦੇ 3 ਸਾਧਨ ਧਰਮ ਗ੍ਰੰਥਾਂ ਵਿੱਚ ਦੱਸੇ। ਗੁਰਬਾਣੀ ਵੀ ਕਹਿੰਦੀ ਹੈ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਵਿਦਿਆ ਨੂੰ ਵਿਚਾਰ ਕੇ ਪੜ੍ਹੋ ਤਾਂ ਕਿ ਸਾਡਾ ਜੀਵਨ ਪਰ ਉਪਕਾਰੀ ਬਣੇ, ਹੰਕਾਰੀ ਨਾ ਬਣ ਜਾਵੇ। ਗੁਰਪ੍ਰਸਾਦੀ ਵਿਦਿਆ ਵਿਚਾਰੈ ਤਾਂ ਪੜ੍ਹ ਪਾਵੈ ਮਾਨ। ਗੁਰੂ ਦੀ ਕਿਰਪਾ ਦੇ ਨਾਲ ਵਿਦਿਆ ਦਾ ਵਿਚਾਰ ਕੀਤੀ ਜਾਵੇ। ਗੁਰ ਸੇਵਾ ਅਰ ਦਰਬ ਕਰ, ਵਿਦਿਆ ਵਿਦਿਆ ਹੋਏ, ਤਿੰਨੋਂ ਹੇਤ ਵਿਦਿਆ ਕਹੈ, ਚੌਥੋ ਹੇਤ ਨਾ ਕੋਈ। 3 ਪ੍ਰਕਾਰ ਕਰਕੇ ਵਿਦਿਆ ਦੀ ਪ੍ਰਾਪਤੀ ਹੁੰਦੀ ਹੈ ਭਾਈ। ਜਾਂ ਤਾਂ ਗੁਰੂ ਦੀ ਉਸਤਾਦ ਦੀ ਸੇਵਾ ਕਰਕੇ ਵਿਦਿਆ ਲੈ ਲਈਏ, ਜਾਂ ਫਿਰ ਜਿਵੇਂ ਅੱਜ ਕੱਲ੍ਹ ਆਪਾਂ ਟਿਊਸ਼ਨਾਂ ਵਗੈਰਾ ਰੱਖਦੇ ਹਾਂ, ਕੋਚਿੰਗ ਸੈਂਟਰਾਂ ਵਿੱਚ ਫੀਸਾਂ ਦਿੰਦੇ ਹਾਂ, ਦਰਬ ਕਰ, ਧਨ ਕਰਕੇ, ਪੈਸਾ ਕਰਕੇ ਵਿਦਿਆ ਮਿਲਦੀ ਆ। ਤੀਜਾ ਸਾਧਨ ਹੈ ਵਿਦਿਆ ਵਿਦਿਆ ਹੋਏ, ਵਿਦਿਆ ਦਾ ਵਟਾਂਦਰਾ। ਇੱਕ ਨੂੰ ਸ਼ਾਸਤਰ ਵਿਦਿਆ ਆਉਂਦੀ ਹੈ, ਦੂਜੇ ਨੂੰ ਗੁਰਬਾਣੀ ਆਉਂਦੀ ਹੈ, ਉਹਨੇ ਗੁਰਬਾਣੀ ਸਿੱਖ ਲੈਣੀ, ਉਹਦੇ ਤੋਂ ਦੂਜੇ ਨੂੰ ਉਹਨੇ ਸ਼ਾਸਤਰ ਵਿਦਿਆ ਸਿਖਾ ਦੇਣੀ। ਇੱਕ ਨੂੰ ਡਰਾਈਵਿੰਗ ਆਉਂਦੀ ਆ,
ਤੇ ਦੂਜੇ ਨੂੰ ਸਾਧ ਸੰਗਤ ਜੀ ਕੋਈ ਹੋਰ ਕੰਮ ਆਉਂਦਾ, ਉਹਨਾਂ ਨੇ ਵਿਦਿਆ ਦਾ ਆਪਸ ਵਿੱਚ ਵਟਾਂਦਰਾ ਕਰ ਲੈਣਾ। ਇਹਨੂੰ ਕਹਿੰਦੇ ਵਿਦਿਆ ਵਿਦਿਆ ਹੋਏ, ਵਿਦਿਆ ਦਾ ਵਟਾਂਦਰਾ। ਤਿੰਨੋਂ ਹੇਤ ਵਿਦਿਆ ਕਹੈ, ਚੌਥੋ ਹੇਤ ਨਾ ਕੋਈ। ਤਿੰਨ ਪ੍ਰਕਾਰ ਕਰਕੇ ਵਿਦਿਆ ਦੀ ਪ੍ਰਾਪਤੀ ਹੁੰਦੀ ਆ, ਚੌਥਾ ਕੋਈ ਕਾਰਨ ਨਹੀਂ ਹੈ ਵਿਦਿਆ ਪ੍ਰਾਪਤੀ ਦਾ, ਕੋਈ ਸਾਧਨ ਨਹੀਂ ਹੈ। ਇਸ ਕਰਕੇ ਜਿਹੜੀ ਬ੍ਰਹਮ ਵਿਦਿਆ ਹੈ, ਗੁਰੂ ਨਾਲ ਜੁੜਨ ਵਾਲੀ ਵਿਦਿਆ ਹੈ, ਗੁਰੂ ਦੇ ਸ਼ਬਦ ਦੀ ਵਿਦਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਾਂ ਤਾਂ ਦਰਬ ਦਾ ਦਾਨ ਜਾਂ ਵਿਦਿਆ ਦਾ ਦਾਨ ਦੇਣ ਵਾਲਾ ਜਿਹੜਾ ਦਾਨੀ ਹੈ, ਦੀਪ ਸ਼ਾਂਤ ਕੀ ਹਿਰਦੈ ਨਿਰਮਾਨਾ, ਉਹ ਕਹਿੰਦੇ ਸਤੋ ਗੁਣ ਦੇ ਸਹਿਤ ਸ਼ਾਂਤ ਕੀ ਬਿਰਤੀ ਧਾਰਨ ਕਰਕੇ ਵਿਦਿਆ ਦਾ ਦਾਨ ਦੇਵੇ, ਨਿਰਮਾਣਤਾ, ਨਿਸ਼ਕਾਮਤਾ, ਨਿਮਰਤਾ ਧਾਰਨ ਕਰੇ। ਏਕ ਫਲ ਵੈ ਅਮਿਤ ਵਿਖਾਨਾ ਵਿਸਾਲਾ, ਉਸ ਵਿਦਿਆ ਦਾਤੇ ਦਾ ਸਾਧ ਸੰਗਤ ਜੀ ਕਿੰਨਾ ਉੱਚਾ ਰੁਤਬਾ ਹੈ, ਉਹਨੂੰ ਫਲ ਕੀ ਮਿਲਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਰਾਜੇ ਸ਼ਿਵਨਾਭ, ਉਹਨੂੰ ਕਹਿੰਦੇ ਜਿਹੜਾ ਫਲ ਪ੍ਰਾਪਤ ਹੁੰਦਾ ਨਾ ਉਹ ਅਮਿਤ ਹੁੰਦਾ, ਵਿਸਾਲਾ, ਮਹਾਨ ਫਲ ਦੀ ਪ੍ਰਾਪਤੀ ਹੁੰਦੀ ਹੈ। ਤੇ ਅਮਿਤ ਕਹੀਏ ਜਿਹੜਾ ਮਿਣਿਆ ਨਾ ਜਾ ਸਕੇ, ਬਿਨਾਂ ਮਿਣਿਆ ਤੋਲਿਆ ਫਲ ਉਸ ਨੂੰ ਪ੍ਰਾਪਤ ਹੁੰਦਾ ਹੈ। ਵੇਦ ਸੰਗ ਭਾਗਤ ਸੁਭਾਲਾ, ਧਰਮ ਦੇ ਉਪਦੇਸ਼ ਦੇਣ ਵਾਲੇ ਜਿਹੜੇ ਗ੍ਰੰਥ ਹਨ ਉਹ ਵੀ, ਤੇ ਧਰਮ ਗ੍ਰੰਥਾਂ ਦੇ ਨਿਯਮਾਂ ਦੇ ਉੱਤੇ ਚੱਲ ਕੇ ਵਾਹਿਗੁਰੂ ਦਾ ਨਾਮ ਜਪਣ ਵਾਲੇ ਸੰਤ ਅਵਸਥਾ ਨੂੰ ਪ੍ਰਾਪਤ ਹੋਏ ਸ਼ਾਂਤ ਚਿੱਤ ਮਹਾਤਮਾ ਵੀ ਇਸ ਪ੍ਰਕਾਰ ਕਹਿੰਦੇ ਇਸ ਰੀਤੀ ਨੂੰ ਦੱਸਦੇ ਹਨ। ਪੰਜਮ ਪੂਜਾ ਮਨ ਕਰ ਕਰਨੀ, ਪੰਜਵਾਂ ਨੇਮ ਕੀ ਹੈ? ਪੂਜਾ ਕਰਨੀ। ਤੇ ਪੂਜਾ ਇਹ ਨਹੀਂ ਵੀ ਉੱਤੋਂ ਉੱਤੋਂ ਪੂਜਾ ਕਰਦਾ ਤੇ ਆਸੇ-ਪਾਸੇ ਨਿਗਾਹ ਰੱਖਣੀ, ਕੌਣ ਆਉਂਦਾ ਕੌਣ ਜਾਂਦਾ, ਸੰਗਤ ਵਿੱਚ ਵੀ ਬੈਠਾ ਤੇ ਆਏ ਗਏ ਦੀ ਅੱਖਾਂ ਨਾਲ ਫਿਲਮ ਵੀ ਬਣਾਈ ਜਾਣੀ ਵੀ ਕੌਣ ਆਇਆ, ਕੌਣ ਕਿੰਨੇ ਪੈਸੇ ਰੱਖ ਕੇ ਗਿਆ, ਕੌਣ ਕਿੱਧਰ ਨੂੰ ਜਾਂਦਾ, ਕਿਹਨੇ ਕਿੱਦਾਂ ਦੇ ਕੱਪੜੇ ਪਹਿਨੇ ਹੋਏ ਆ। ਮਨ ਕਰਕੇ, ਮਨ ਨੂੰ ਜੋੜ ਕੇ ਇਕਾਗਰਤਾ ਦੇ ਸਹਿਤ ਪੂਜਾ ਕਰਨੀ। ਹਿਰਦੇ ਭਾਵਨੀ ਗੁਰ ਮੈਂ ਧਰਨੀ, ਹਿਰਦੇ ਦੇ ਵਿੱਚ ਸ਼ਰਧਾ ਭਾਵਨਾ ਗੁਰੂ ਦੇ ਚਰਨਾਂ ਉੱਤੇ ਧਾਰਨ ਕਰਨੀ। ਸਭਲੀ ਪੂਜਾ ਹੋਵਤ ਤਾਂਕੀ, ਉਹਨਾਂ ਲੋਕਾਂ ਦੀ ਜਿਹੜੀ ਪੂਜਾ ਸਫਲ ਹੁੰਦੀ ਹੈ ਸਦਾ ਭਾਵਨੀ ਸੋ ਮਤ ਜਾਂਕੀ, ਜਿਨ੍ਹਾਂ ਦੀ ਮਤ ਹਮੇਸ਼ਾ ਸ਼ਰਧਾ ਭਾਵਨਾ ਵਿੱਚ ਰੱਤੀ ਹੈ। ਹੋਰ ਛਡੋ ਨੇਮ ਨਿਜ ਗੁਰ ਸ਼ਬਦ, ਛੇਵਾਂ ਨੇਮ ਕੀ ਹੈ? ਸਤਿਗੁਰੂ ਕਹਿੰਦੇ ਰਾਜੇ ਸ਼ਿਵਨਾਭ ਗੁਰੂ ਦੇ ਸ਼ਬਦ ਦੇ ਵਿੱਚ ਨਿੱਤਾ ਪ੍ਰਤੀ ਨੇਮ ਦੇ ਨਾਲ ਜਾਪ ਕਰਨਾ। ਇਹ ਨਹੀਂ ਵੀ ਕਦੇ ਕਰ ਲਿਆ ਪਾਠ ਕਦੇ ਨਹੀਂ ਕੀਤਾ। ਕਿਸੇ ਨੂੰ ਪੁੱਛੋ ਵੀ ਨਿਤਨੇਮ ਕਰਦਾ ਹੁੰਨਾ, ਹਾਂਜੀ ਕਰਦਾ ਹੁੰਨਾ, ਪਰ ਕਦੇ ਕਦੇ ਕਰਦਾ ਹੁੰਨਾ। ਉਹ ਭਾਈ ਕਦੇ ਕਦੇ ਫਿਰ ਨਿਤਨੇਮ ਥੋੜੀ ਹੋਇਆ। ਨਿਤਨੇਮ ਤਾਂ ਉਹ ਆ ਜਿਹੜਾ ਨਿੱਤ ਦਾ ਨੇਮ ਹੋਵੇ, ਨਿੱਤਾ ਪ੍ਰਤੀ ਦਾ ਨਿਯਮ ਹੋਵੇ, ਉਹਨੂੰ ਨਿਤਨੇਮ ਕਿਹਾ ਜਾਂਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਛੇਵਾਂ ਨੇਮ, ਛੇਵਾਂ ਨਿਯਮ ਕੀ ਹੈ? ਆਪਣੇ ਗੁਰੂ ਦੇ ਸ਼ਬਦ ਨੂੰ ਨੇਮ ਦੇ ਨਾਲ ਜਪਣਾ ਔਰ ਇਸ ਰੀਤੀ ਦੇ ਅਨੁਸਾਰ, ਇਸ ਸਿਧਾਂਤ ਦੇ ਅਨੁਸਾਰ ਚੱਲਣਾ। ਉਸ ਗੁਰੂ ਦੇ ਸ਼ਬਦ ਦੇ ਸਿਧਾਂਤ ਦੇ ਮੁਤਾਬਕ ਜਿਹੜੀ ਗੱਲਬਾਤ ਸਿੱਖਿਆ ਉਹਨੂੰ ਪੜ੍ਹਨਾ ਅਤੇ ਸੁਣਨਾ। ਗੁਰੂ ਦੇ ਸਿਧਾਂਤ ਦਾ ਹੀ ਹਮੇਸ਼ਾ ਵਿਚਾਰ ਕਰਨਾ। ਗੁਰੂ ਦੇ ਸਿਧਾਂਤ ਤੋਂ ਬਿਨਾਂ ਜਿਹੜਾ ਕੋਈ ਆਨਾ ਕਹੀਏ ਹੋਰ ਤਰ੍ਹਾਂ ਦਾ ਸਿਧਾਂਤ ਹੈ ਜਿਹੜਾ ਗੁਰੂ ਨਾਲੋਂ ਤੋੜਦਾ ਹੋਵੇ, ਉਹਨਾਂ ਦੇ ਵਚਨ ਤਾਂ ਕਦੇ ਕੰਨਾਂ ਨਾਲ ਜਗਿਆਸੂ ਨੂੰ ਸੁਣਨੇ ਵੀ ਨਹੀਂ ਚਾਹੀਦੇ। ਜਿਵੇਂ ਬਹੁਤ ਹੁੰਦੇ ਆ ਜੀ, ਆ ਤਰਕਸ਼ੀਲ ਆ ਗਏ ਜੀ, ਆ ਕਾਮਰੇਡ ਆ ਗਏ, ਰੱਬ ਕਿਤੇ ਹੁੰਦਾ ਨਹੀਂ ਜੀ, ਆਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਇਹੋ ਜਿਹੀਆਂ ਨਾਸਤਕਾਂ ਦੀਆਂ ਗੱਲਾਂ। ਜਾਂ ਕਈ ਸਿੱਖੀ ਭੇਖ ਦੇ ਵਿੱਚ ਵੀ ਬੜੇ ਨਾਸਤਕ ਹੈ ਜੀ। ਹਰਿਮੰਦਰ ਸਾਹਿਬ ਸਰੋਵਰ ਦਾ ਜਿਹੜਾ ਜਲ ਹੈ ਉਹ ਤਾਂ ਆਮ ਪਾਣੀ ਹੈ, ਜਿਵੇਂ ਸਾਡੇ ਘਰਾਂ ਵਿੱਚ ਪਾਣੀ ਹੈ, ਉਹ ਤਾਂ ਤਨ ਦੀ ਮੈਲ ਲਾਉਣ ਵਾਸਤੇ ਹੈ। ਅੰਮ੍ਰਿਤ ਸਰੋਵਰ ਉਹਨੂੰ ਨਾ ਮੰਨਣਾ, ਇਉਂ ਆਪ ਵੀ ਦੁਬਿਧਾ ਵਿੱਚ ਫਸਣਾ, ਲੋਕਾਂ ਨੂੰ ਵੀ ਫਸਾਉਣਾ। ਇਹੋ ਜਿਹਾ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਦੇ ਸੁਣਨਾ ਨਹੀਂ ਚਾਹੀਦਾ। ਸੋ ਇਸ ਪ੍ਰਕਾਰ ਗੁਰੂ ਦੇ ਸਿਧਾਂਤ ਤੋਂ ਹਮੇਸ਼ਾ ਸਾਧ ਸੰਗਤ ਦੀ ਸ਼ਰਧਾ ਭਾਵਨਾ ਵਾਲੀ ਬਿਰਤੀ ਮਨ ਵਿੱਚ ਰੱਖਣੀ। ਤੇ ਸੱਤਵਾਂ ਕੀ ਹੈ? ਜਿਸ ਰੀਤੀ ਜਿਸ ਮਰਿਆਦਾ ਦੇ ਨਾਲ ਪੜ੍ਹਨਾ ਤੇ ਸੁਣਨਾ ਗੁਰੂ ਦੇ ਸ਼ਬਦਾਂ ਨੂੰ, ਉਹਨਾਂ ਨੂੰ ਸਿਰਫ ਪੜ੍ਹਨ ਅਤੇ ਸੁਣਨ ਤੱਕ ਸੀਮਤ ਨਹੀਂ ਰਹਿਣਾ। ਗੁਰਬਾਣੀ ਦੇ ਵਚਨਾਂ ਨੂੰ ਪੜ੍ਹਨਾ ਵੀ, ਗੁਰੂ ਦੇ ਸ਼ਬਦਾਂ ਨੂੰ ਸੁਣਨਾ ਵੀ, ਵਿਚਾਰਨਾ ਵੀ, ਵਿਚਾਰ ਕੇ ਮੰਨ ਲੈਣਾ, ਮੰਨ ਕੇ ਅਪਣਾ ਲੈਣਾ, ਔਰ ਅਪਣਾਉਣਾ ਵੀ ਪ੍ਰੀਤੀ ਦੇ ਸਹਿਤ, ਪ੍ਰੇਮ ਦੇ ਸਹਿਤ, ਕੋਈ ਜ਼ੋਰ ਜ਼ਬਰਦਸਤੀ ਨਹੀਂ। ਗੁਰੂ ਨੇ ਕਿਹਾ
ਪੀਵੋ ਪਾਹੁਲ ਖੰਡ ਧਾਰ ਹੋਏ ਜਨਮ ਸੁਹੇਲਾ। ਤੇ ਬਈ ਜੇ ਕੋਈ ਕਹਿ ਦੇਵੇ ਵੀ ਅੰਮ੍ਰਿਤ ਛਕਣਾ ਜ਼ਰੂਰੀ ਹੈ, ਕਿਸੇ ਦੇ ਕਹੇ ਕਹਾਏ ਮਜਬੂਰੀ ਵਿੱਚ, ਬਹੁਤ ਸਾਰੀਆਂ ਮਜਬੂਰੀਆਂ ਵਿੱਚ ਲੋਕ ਅੰਮ੍ਰਿਤ ਛਕ ਲੈਂਦੇ ਆ, ਕਿਸੇ ਦੇ ਕਹੇ ਕਹਾਏ ਵੀ ਇਹਦਾ ਕਿਹਾ ਆਪਾਂ ਮੋੜ ਨਹੀਂ ਸਕਦੇ। ਜਾਂ ਇੱਕ ਹੋਰ ਵੀ ਹੁੰਦਾ ਵੀ ਜਦੋਂ ਆ ਚੋਣਾਂ ਜਿਹੀਆਂ ਆਉਂਦੀਆਂ ਨਾ ਸ਼੍ਰੋਮਣੀ ਕਮੇਟੀ ਦੀਆਂ, ਉਦੋਂ ਕਈ ਤਾਂ ਇਸੇ ਕਰਕੇ ਕਿਰਪਾਨ ਪਾ ਲੈਂਦੇ ਆ ਵੀ ਆਪਾਂ ਨੂੰ ਸੀਟ ਮਿਲ ਜਾਣੀ ਆ, ਆਪਾਂ ਇੱਥੋਂ ਚੋਣ ਲੜ ਲਵਾਂਗੇ। ਕਿਸੇ ਮਕਸਦ ਨੂੰ ਮੁੱਖ ਰੱਖ ਕੇ ਸਾਧ ਸੰਗਤ ਜੀ ਜਿਹੜਾ ਗੁਰੂ ਦੇ ਸ਼ਬਦਾਂ ਨੂੰ ਮੰਨਣਾ, ਉਹ ਸਾਧ ਸੰਗਤ ਜੀ ਪ੍ਰਵਾਨ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਭ ਪ੍ਰੀਤੀ ਦੇ ਸਹਿਤ ਆਪਣਾ ਜੀਵਨ ਉਸੇ ਤਰ੍ਹਾਂ ਵਰਤੇ, ਆਪਣੇ ਜੀਵਨ ਦੇ ਵਿੱਚ ਅਪਣਾਵੇ। ਬਿਨਾ ਦੰਭ ਗੁਰ ਸ਼ਬਦ ਕਮਾਵਨ। ਫਿਰ ਗੁਰੂ ਦੇ ਸ਼ਬਦ ਨੂੰ ਕਮਾਉਣਾ ਤੇ ਬਿਨਾ ਦੰਭ ਤੋਂ, ਬਿਨਾ ਪਖੰਡ ਤੋਂ, ਬਿਨਾ ਦਿਖਾਵੇ ਤੋਂ। ਇਹ ਨਹੀਂ ਵੀ ਮੈਂ ਇੰਨੀ ਬਾਣੀ ਪੜ੍ਹਦਾ, ਜਾਣ ਬੁੱਝ ਕੇ ਲੋਕਾਂ ਦੇ ਸਾਹਮਣੇ ਹੋ ਕੇ ਬਹਿਣਾ ਵੀ ਮੈਂ ਦੇਖੋ ਸੁਖਮਣੀ ਪੜ੍ਹ ਰਿਹਾ, ਬਾਕੀ ਤਾਂ ਐਵੇਂ ਹੀ ਹੈ ਜਿਹੜੇ ਆ ਕੇ ਬੈਠੇ ਰਹਿੰਦੇ ਆ ਮੈਂ ਦੇਖੋ ਇੰਨੀਆਂ ਬਾਣੀਆਂ ਦਾ ਨਿਤਨੇਮ ਕਰਦਾ। ਜਾਂ ਸਾਧ ਸੰਗਤ ਜੀ ਸੇਵਾ ਸਿਮਰਨ ਮਾਲਾ ਫੇਰਨੀ ਕਦੇ ਨਾ, ਇੱਕ ਗਲ 'ਚ ਪਾ ਲੈਣੀ, ਇੱਕ ਸਿਰ 'ਤੇ ਦਸਤਾਰ 'ਤੇ ਟੰਗ ਲੈਣੀ, ਇੱਕ ਬਾਜੂ 'ਤੇ ਲਪੇਟ ਲੈਣੀ, ਦਿਖਾਵੇ ਮਾਤਰ ਹੀ ਹੋਣਾ। ਮਾਲਾ ਪਹਿਨਣੀ ਮਾੜੀ ਨਹੀਂ, ਪਰ ਦਿਖਾਵੇ ਮਾਤਰ, ਦਿਖਾਵੇ ਨੂੰ ਤਾਂ ਸਤਿਗੁਰੂ ਨੇ ਪ੍ਰਵਾਨ ਨਹੀਂ ਕੀਤਾ ਨਾ। ਭੇਖ ਦਿਖਾਏ ਜਗਤ ਕਉ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਦਿਖਾਵਾ ਕਰਨਾ ਇਹ ਗੁਰੂ ਦੇ ਦਰ ਦੇ ਉੱਤੇ ਪ੍ਰਵਾਨ ਨਹੀਂ। ਔਰ ਐਸਾ ਵੀ ਨਹੀਂ ਸੋਚਣਾ ਵੀ ਆਪਾਂ ਭੇਖ ਬਾਣਾ ਪਹਿਨਣਾ ਹੀ ਨਹੀਂ। ਬਾਣਾ ਗੁਰੂ ਦੇ ਸਿੱਖਾਂ ਨੇ ਹੀ ਪਹਿਨਣਾ ਨਾ, ਗੁਰੂ ਦੇ ਸਿੱਖਾਂ ਵਾਸਤੇ ਸਤਿਗੁਰੂ ਨੇ ਬਖਸ਼ਿਆ ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਛੀ ਜਾਣੋ। ਬਾਣੀ ਅਤੇ ਬਾਣਾ ਇਹ ਦੋ ਖੰਭ ਹੈ ਗੁਰੂ ਕੇ ਸਿੱਖ ਦੇ। ਜਿਵੇਂ ਪੰਛੀ ਦੋ ਖੰਭਾਂ ਦੇ ਨਾਲ ਐਨ ਬੈਲੈਂਸ ਦੇ ਵਿੱਚ ਆਪਣੀ ਫਲਾਈਟ ਲੈਂਦਾ ਹੈ, ਉਡਾਰੀ ਭਰਦਾ, ਪ੍ਰਵਾਜ਼ ਭਰਦਾ, ਇਸੇ ਤਰ੍ਹਾਂ ਗੁਰੂ ਕਾ ਸਿੱਖ ਬਾਣੀ ਵਿੱਚ ਵੀ ਪਰਪੱਕ ਅਤੇ ਬਾਣੇ ਵਿੱਚ ਵੀ ਪਰਪੱਕ ਹੋਵੇ। ਦੰਭ ਨਾ ਹੋਵੇ, ਦਿਖਾਵਾ ਨਾ ਹੋਵੇ, ਪਖੰਡ ਨਾ ਹੋਵੇ, ਗੁਰੂ ਦੇ ਸ਼ਬਦ ਦੀ ਕਮਾਈ ਕਰੇ। ਜਦੋਂ ਇਉਂ ਗੁਰੂ ਦੀ ਸਿੱਖਿਆ ਮੁਤਾਬਕ ਚੱਲ ਕੇ ਬਾਣੀ ਅਤੇ ਬਾਣੇ ਦਾ ਧਾਰਨੀ ਹੋ ਕੇ ਕਮਾਈ ਕਰੇਗਾ ਤੇ ਹਮੇਸ਼ਾ ਇਹਦਾ ਤਨ ਅਤੇ ਮਨ ਪਵਿੱਤਰ ਹੋਵੇਗਾ। ਅੱਠਵਾਂ ਨੇਮ ਸਤਿਗੁਰੂ ਜੀ ਕਹਿੰਦੇ ਆਪਣੇ ਮਨ ਦੀ ਬਿਰਤੀ ਨੂੰ ਸ਼ਾਂਤ ਚਿੱਤ ਰੱਖੇ, ਸਤੋ ਗੁਣ ਧਾਰਨ ਕਰੇ। ਹਮੇਸ਼ਾ ਨੀਵਾਂ ਹੋ ਕੇ ਨਿਮਰਤਾ ਦੇ ਸਹਿਤ ਚੱਲੇ ਤੇ ਮਧੁਰੀ ਮਿੱਠੇ ਬਚਨ ਜਿਹੜੇ ਆ ਉਹ ਆਪਣੇ ਮੁਖ ਤੋਂ ਭਾਖਣਾ ਕਰੇ, ਬੋਲਣਾ ਕਰੇ। ਨੌਵਾਂ ਨਿਯਮ ਜਿਹੜਾ ਹਠ ਯੋਗ ਦਾ ਰਾਜੇ ਸ਼ਿਵਨਾਭ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਦੱਸ ਰਹੇ ਹੈ ਕਿ ਨੇਮ ਦੇ ਨਾਲ ਸਵੇਰੇ ਵੀ ਪਾਠ ਕਰਨਾ, ਸ਼ਾਮ ਨੂੰ ਵੀ ਪਾਠ ਕਰਨਾ, ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦਾ ਨਿਤਨੇਮ ਵੀ ਕਰਨਾ, ਸ਼ਾਮ ਨੂੰ ਸੰਧਿਆ ਰਹਿਰਾਸ ਸਾਹਿਬ ਆਰਤੀ ਆਰਤਾ ਰੱਖਿਆ ਦੇ ਸ਼ਬਦ ਕੀਰਤਨ ਸੋਹਿਲਾ ਪੜ੍ਹ ਕੇ ਬਿਰਾਜਣਾ, ਇਉਂ ਜਿਹੜਾ ਨੇਮ ਦੇ ਨਾਲ ਪਾਠ ਕਰਨਾ ਹੈ। ਔਰ ਨੇਮ ਦੇ ਨਾਲ ਪਾਠ ਕਰਦਿਆਂ ਉਹਦੇ ਵਿੱਚੋਂ ਹਟ ਕੇ ਕੋਈ ਹੋਰ ਬਚਨ ਨਾ ਉਚਾਰਨਾ। ਇਹ ਨਹੀਂ ਵੀ ਪਾਠ ਵੀ ਕਰ ਰਹੇ ਆ ਤੇ ਕੋਲ ਗਵਾਂਢਣ ਬੀਬੀ ਆ ਗਈ ਤੇ ਬੀਬੀ ਨੇ ਗੁਟਕਾ ਸਾਹਿਬ ਸੰਤੋਖਿਆ ਸਰਾਣੇ ਥੱਲੇ ਦਿੱਤਾ ਤੇ ਗਵਾਂਢਣ ਨਾਲ ਚੁਗਲੀਆਂ ਕਰਨ ਬੈਠ ਗਈ। ਇਉਂ ਪਾਠ ਪ੍ਰਵਾਨ ਨਹੀਂ। ਨੇਮ ਦੇ ਨਾਲ ਜਿਹੜਾ ਪਾਠ ਕਰਨਾ ਨਾ, ਉਹਦੇ ਵਿੱਚ ਹੋਰ ਕੋਈ ਗੱਲ ਨਹੀਂ। ਗੁਰੂ ਕਾ ਸਿੱਖ ਰਹਿਰਾਸ ਸਾਹਿਬ ਦਾ ਪਾਠ ਕਰਨ ਬੈਠਾ ਤੇ ਉਧਰੋਂ ਆਪਣੇ ਭੁਜੰਗੀ ਮੁੰਡੇ ਲੜਕੇ ਨੂੰ ਆਉਂਦਾ ਦੇਖ ਕੇ ਕਹੇ ਵੀ ਡੈਰੀ ਤੇ ਜਾ ਆਏ ਆ, ਫੈਟ ਕਿੰਨੀ ਆਈ ਆ, ਵਿੱਚੋਂ ਗੱਲਾਂ ਕਰੀ ਜਾਣੀਆਂ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਰਾਜੇ ਸ਼ਿਵਨਾਭ ਨੇਮ ਦੇ ਨਾਲ ਜਿਹੜਾ ਪਾਠ ਕਰਨਾ ਇਹ ਨੌਵਾਂ ਨਿਯਮ ਹੈ, ਇਹਦੇ ਵਿੱਚ ਹੋਰ ਕੋਈ ਵਚਨ ਕਦੇ ਉਚਾਰਨ ਨਹੀਂ ਕਰਨਾ। ਦਸਵਾਂ ਜਿਹੜਾ ਹਠ ਯੋਗ ਦਾ ਕਸ਼ਟ ਯੋਗ ਦਾ ਨੇਮ ਹੈ, ਨਿਯਮ ਹੈ, ਉਹ ਹੈ ਕਿ ਹੋਮ ਅਗਨੀ ਕਰਨੀ। ਅਗਨੀ ਦੇ ਵਿੱਚ ਸਾਧ ਸੰਗਤ ਜੀ ਜਿਵੇਂ ਸਨਾਤਨ ਮੱਤ ਵਾਲੇ ਹੋਰ ਬਹੁਤ ਸਾਰੇ ਸਾਧੂ ਮਹਾਤਮਾ ਸਿੱਖਾਂ ਦੇ ਵਿੱਚੋਂ ਵੀ ਕਈ ਸੰਪਰਦਾਏ ਉਹ ਹੋਮ ਕਰਦੀਆਂ, ਜਿਵੇਂ ਨਾਮਧਾਰੀ ਸੰਪਰਦਾ ਵਾਲੇ ਕਰਦੇ ਆ, ਅਗਨੀ ਦੇ ਵਿੱਚ ਹੋਮ ਪਾਉਣਾ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਹੋਮ ਅਗਨ ਜਿਹੜੀ ਕਰਨੀ ਹੈ। ਸੁਰ ਨਾਮ ਹੈ ਦੇਵਤਿਆਂ ਦਾ, ਦੇਵਤਿਆਂ ਦੀ ਪ੍ਰਸੰਨਤਾ ਦੇ ਹਿੱਤ ਇਹ ਸਾਰੇ ਕਾਰਜ ਕਰਨੇ। ਬੁੱਧੀ ਦੇ ਵਿੱਚ ਇਹ ਧਾਰਨਾ ਧਾਰਨੀ ਵੀ ਦੇਵਤੇ ਪ੍ਰਸੰਨ ਹੋ ਜਾਣ।
ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਲੋਕ ਐਵੇਂ ਕਰਦੇ ਆ, ਪਰ ਗੁਰੂ ਕੇ ਸਿੱਖਾਂ ਨੇ ਹੋਮ ਕਿਹੜਾ ਕਰਨਾ? ਸਿੱਖ ਸ਼ੁੱਧਾ ਤੁਰ ਕੋ ਮੁਖ ਪਾਵਨ। ਸ਼ੁੱਧਾ ਤੁਰ ਭੁੱਖ ਦੇ ਸਹਿਤ ਜਿਹੜਾ ਦੁਖੀ ਆ ਗੁਰੂ ਕਾ ਸਿੱਖ, ਉਹਦੇ ਮੁਖ ਦੇ ਵਿੱਚ ਭੋਜਨ ਪ੍ਰਸ਼ਾਦਾ ਪਾਉਣਾ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਬ੍ਰਹਮ ਹੋਮ ਜਿਹੜਾ ਭਲਾ ਹੈ, ਚੰਗਾ ਹੈ ਕਰਨਾ, ਇਹ ਸ਼ੋਭਾ ਦੇਣ ਵਾਲਾ ਹੈ। ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਇਹ ਵਾਹਿਗੁਰੂ ਮੰਤਰ ਦਾ ਉਚਾਰਨ ਕਰਨਾ। ਵਾਹਿਗੁਰੂ ਮੰਤਰ ਉਚਾਰਨ ਕਰਕੇ ਉਸ ਤੋਂ ਬਾਅਦ ਮੁਖ ਦੇ ਵਿੱਚ ਗਰਾਹੀ ਬੁਰਕੀ ਪਾਉਣੀ। ਇਹ ਜਿਹੜੀ ਅਗਨੀ ਆ ਨਾ, ਇਹਨੂੰ ਦੇਵਤਿਆਂ ਦਾ ਮੁਖ ਕਿਹਾ ਜਾਂਦਾ ਹੈ। ਸਾਰੇ ਦੇਵਤਿਆਂ ਦੀ ਜੇਬਾ ਅਗਨ ਨੂੰ ਆਖਿਆ ਜਾਂਦਾ, ਅਗਨ ਨੂੰ ਜਾਣਿਆ ਜਾਂਦਾ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਕਿਸੇ ਲੋੜਵੰਦ ਨੂੰ ਭੋਜਨ ਛਕਾ ਕੇ ਬ੍ਰਹਮ ਨੂੰ ਪ੍ਰਸੰਨ ਕਰ ਲਿਆ, ਪ੍ਰਮਾਤਮਾ ਨੂੰ ਪ੍ਰਸੰਨ ਕਰ ਲਿਆ, ਤੇ ਫਿਰ ਸਾਰੇ ਦੇਵਤੇ ਉਹਨਾਂ ਨੂੰ ਹੋਮ ਅਗਨ ਕਰਨ ਦੀ ਲੋੜ ਨਹੀਂ ਹੈ। ਸਵਾਹਾ ਸਵਾਹਾ ਕਰਕੇ ਉਹ ਜਿਹੜਾ ਸਮੱਗਰੀ ਪਾਉਣ ਦੀ ਲੋੜ ਨਹੀਂ ਹੈ। ਕਹਿੰਦੇ ਜੇ ਪਰਮੇਸ਼ਰ ਪ੍ਰਸੰਨ ਹੋ ਗਿਆ ਗਰੀਬਾਂ ਲੋੜਵੰਦਾਂ ਦੀ ਸਹਾਇਤਾ ਦੇ ਕਰਕੇ, ਤੇ ਫਿਰ ਕਹਿੰਦੇ ਬਾਕੀ ਦੇ ਸਾਰੇ ਦੇਵਤੇ ਆਪੇ ਹੀ ਪ੍ਰਸੰਨ ਹੋ ਗਏ। ਜੇ ਰੱਬ ਖੁਸ਼ ਹੋ ਗਿਆ ਤੇ ਬਾਕੀ ਤਾਂ ਆਪੇ ਪ੍ਰਸੰਨ ਹੈ। ਜਿਵੇਂ ਆਪਾਂ ਕਹਿੰਦੇ ਹਾਥੀ ਦੀ ਪੈੜ ਵਿੱਚ ਸਾਰੀਆਂ ਹੀ ਪੈੜਾਂ ਆ ਜਾਂਦੀਆਂ। ਜੇ ਬ੍ਰਹਮ ਪ੍ਰਸੰਨ, ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੋ ਗਿਆ, ਸਾਰੇ ਦੇਵੀ ਦੇਵਤੇ ਆਪੇ ਖੁਦ ਬਾ ਖੁਦ ਪ੍ਰਸੰਨ ਹੋ ਜਾਂਦੇ ਹਨ। ਔਰ ਤ੍ਰਿਪਤੀ ਹੁੰਦੀ ਹੈ, ਰੱਜ ਆਉਂਦਾ ਹੈ ਜਦੋਂ ਵਾਹਿਗੁਰੂ ਦਾ ਨਾਮ ਉਚਾਰਿਆ ਜਾਵੇ। ਤੀਜਾ ਜਿਹੜਾ ਇਹ ਕਸ਼ਟ ਯੋਗ ਦਾ ਸਾਧ ਸੰਗਤ ਜੀ ਹੋਮ ਹੈ, ਉਹ ਹੈ ਗਿਆਨ ਦਾ ਹੋਮ। ਇੰਦਰੀਆਂ ਜਿਹੜੀਆਂ ਸਾਧ ਸੰਗਤ ਜੀ ਰਸ ਚਾਹੁੰਦੀਆਂ, ਇੰਦਰੀਆਂ ਦੇ ਜਿਹੜੇ ਰਸ ਭੋਗਣੇ ਹਨ, ਗਿਆਨ ਦੀ ਅਗਨੀ ਦਾ ਜਿਹੜਾ ਹੋਮ ਜਿਸ ਵੇਲੇ ਪ੍ਰਾਪਤ ਹੁੰਦਾ ਹੈ, ਉਸ ਵੇਲੇ ਜਦੋਂ ਗਿਆਨ ਹੋ ਗਿਆ, ਗਿਆਨਾਣੀ ਅਗਨਾਣੀ ਦਗਧਾਣੀ ਕਰਮਾਣੀ, ਸਾਰੇ ਮਾੜੇ ਕਰਮ ਸੜ ਜਾਂਦੇ ਆ। ਤੇ ਤਨ ਦੀ ਜਿਹੜੀ ਹੰਤਾ ਹੈ, ਹੰਗਤਾ ਮਮਤਾ ਹਉਮੈ ਹੰਕਾਰ, ਇਹ ਸੜ ਜਾਂਦਾ, ਨਾਸ਼ ਹੋ ਜਾਂਦਾ ਹੈ। ਸੋ 10 ਪ੍ਰਕਾਰ ਦਾ ਇਹ ਜਿਹੜਾ ਨੇਮ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗਿਣਾ ਦਿੱਤਾ ਰਾਜੇ ਸ਼ਿਵਨਾਭ ਨੂੰ। ਫਿਰ ਕਸ਼ਟ ਯੋਗ ਦਾ, ਹਠ ਯੋਗ ਦਾ ਜਿਹੜਾ ਦੂਜਾ ਸੁਹਾਵਣਾ ਅੰਗ ਉਹ ਦੱਸਦੇ ਹਨ। ਇਹ 2 ਪ੍ਰਕਾਰ ਦੇ ਦੱਸਦੇ। ਪਹਿਲਾ ਦੱਸ ਦਿੱਤਾ ਯਮ, ਦੂਜਾ ਦੱਸ ਦਿੱਤਾ ਨੇਮ। ਇਹਨਾਂ ਦੀਆਂ ਅਲੱਗ-ਅਲੱਗ ਕਿਸਮਾਂ ਹਨ। ਤੇ ਤੀਜਾ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੱਸਿਆ ਉਹ ਹੈ ਦੇਸ਼ ਇਕਾਂਤੇ, ਇਕਾਂਤ ਦੇਸ਼ ਦੇ ਵਿੱਚ ਨਿਵਾਸ ਕਰਨਾ। ਜਿੱਥੇ ਮਨੁੱਖਾਂ ਦੇ ਵਚਨ ਸੁਣਦੇ ਹੋਣ ਉਸ ਜਗ੍ਹਾ ਤੇ ਨਾ ਬੈਠਣਾ। ਦੂਰ ਪਹਾੜਾਂ ਦੀਆਂ ਕੰਦਰਾਂ ਜਿੱਥੇ ਸਾਧ ਸੰਗਤ ਜੀ ਕਿਸੇ ਮਨੁੱਖ ਮਾਤਰ ਦੀ ਆਵਾਜ਼ ਵੀ ਨਾ ਪਹੁੰਚੇ, ਉੱਥੇ ਜਾ ਕੇ ਸਮਾਧੀਆਂ ਲਾਉਣੀਆਂ, ਇਹਨੂੰ ਇਕਾਂਤ ਦੇਸ਼ ਕਿਹਾ ਜਾਂਦਾ ਹੈ। ਔਰ ਹਠ ਯੋਗ ਦਾ ਜਿਹੜਾ ਚੌਥਾ ਅੰਗ ਹੈ ਉਹ ਹੈ ਆਸਣ ਲਾਉਣਾ, ਜਿਸ ਨੂੰ ਵੇਦ ਧਰਮ ਗ੍ਰੰਥ ਵੀ ਭਾਖਦੇ ਹਨ। ਤੇ ਸਮਾਧੀਆਂ ਲਾਉਣ ਵਾਲੇ ਜੋਗੀਸ਼ਰ ਜਿਹੜੇ ਆਸਣ ਲਾਉਂਦੇ ਆ, ਉਹਨਾਂ ਨੇ ਵੀ ਆਖਿਆ ਦੱਸਿਆ ਹੈ। ਜਿੰਨੇ ਸੰਸਾਰ ਦੇ ਵਿੱਚ ਜੀਵ ਹਨ 84 ਲੱਖ ਜੂਨਾਂ, ਉਹਨੇ ਹੀ ਸਤਿਗੁਰੂ ਪਾਤਸ਼ਾਹ ਕਹਿੰਦੇ ਰਾਜਾ ਸ਼ਿਵਨਾਭ ਆਸਣ ਮੰਨ ਲਾ। 84 ਲੱਖ ਜੂਨਾਂ ਹਨ ਤੇ ਹਰ ਇੱਕ ਜੂਨ ਦਾ ਬੈਠਣ ਦਾ ਆਸਣ ਨਾਮ ਹੈ। ਬੈਠਣ ਦਾ ਕਿਹੜੇ ਤਰੀਕੇ ਨਾਲ ਬੈਠਿਆ ਜਾਂਦਾ, ਆਸਣ ਲਾਇਆ ਜਾਂਦਾ। 84 ਲੱਖ ਜੂਨਾਂ ਹਨ ਤੇ 84 ਲੱਖ ਹੀ ਆਸਣ ਹਨ। ਔਰ ਇਹ ਯੋਗ ਮਤ ਦੇ ਵਿੱਚ ਸਾਧ ਸੰਗਤ ਜੀ ਫਿਰ ਅੱਗੇ ਇਹਨਾਂ ਦੀ ਗਿਣਤੀ ਕੀਤੀ ਗਈ ਹੈ। 84 ਲੱਖ ਦੇ ਵਿੱਚੋਂ 84 ਮੁੱਖ ਆਸਣ ਮੰਨੇ ਗਏ ਆ। ਉਹਨਾਂ 84 ਦੇ ਵਿੱਚੋਂ ਫਿਰ ਸਾਧ ਸੰਗਤ ਜੀ ਅੱਗੇ 16 ਦੇ ਵਿੱਚੋਂ 4 ਤੇ 4 ਦੇ ਵਿੱਚੋਂ 2 ਪ੍ਰਮੁੱਖ ਆਸਣ ਹਨ। 3 ਤੇ ਯੁਗਮ ਸ਼੍ਰੋਮਣ ਬੀਨੇ। ਇਹਨਾਂ 84 ਲੱਖ ਦੇ ਵਿੱਚੋਂ 2 ਜਿਹੜੇ ਆਸਣ ਹੈ ਉਹ ਸ਼੍ਰੋਮਣੀ ਚੁਣੇ ਗਏ ਹਨ।
ਮਹਾਂਪੁਰਖ ਹਿਤ ਕਰ ਸੋ ਲੀਨੇ। ਮਹਾਂਪੁਰਖ ਜਿਹੜੇ ਆ ਉਹ ਹਿਤ ਕਰਕੇ ਪ੍ਰੇਮ ਕਰਕੇ ਇਹ ਦੋਵੇਂ ਆਸਣ ਲਾਉਂਦੇ ਹਨ। ਆਸਨ ਪਦਮਾਸਨ ਦੋ। ਉਹ ਆਸਣ ਕਿਹੜੇ ਕਿਹੜੇ ਆ? ਇੱਕ ਦਾ ਨਾਮ ਸਿੱਧ ਆਸਣ ਹੈ ਤੇ ਦੂਜਾ ਪਦਮ ਆਸਣ ਹੈ। ਦੇ ਲੱਛਣ ਸੁਣੀਏ ਸੋ। ਇਹਨਾਂ ਦੇ ਜਿਹੜੇ ਲੱਛਣ ਹੈ ਦੋਵੇਂ ਆਸਣਾਂ ਦੇ ਜਿਵੇਂ ਲਾਏ ਜਾਂਦੇ ਆ, ਜਿਵੇਂ ਅੰਗ ਹਨ, ਸੋ ਇਹ ਅੱਗੇ ਸੁਣ ਰਾਜਾ ਸ਼ਿਵਨਾਭ। ਪਹਿਲਾ ਜਿਹੜਾ ਆਸਣ ਹੈ ਉਹ ਕਿਵੇਂ ਲਾਇਆ ਜਾਂਦਾ? ਧਰਤੀ ਨੂੰ ਇੱਕ ਇੱਕ ਫੁੱਟ ਇੱਕ ਇੱਕ ਹੱਥ ਹੇਠੋਂ ਡੂੰਘਾ ਪੁੱਟ ਲੈਣਾ, ਧਰਤੀ ਨੂੰ ਖੋਦ ਲੈਣਾ ਤੇ ਉਹਦੇ ਵਿੱਚ ਨਰਮ ਨਰਮ ਘਾਹ ਵਿਛਾ ਦੇਣਾ, ਭਰ ਦੇਣਾ। ਫਿਰ ਉਹਦੇ ਉੱਤੇ ਸਵੱਛ ਸਾਫ ਵਸਤਰ ਵਿਛਾ ਕੇ ਤੇ ਉੱਪਰ ਆਸਣ ਲਾ ਕੇ ਬੈਠ ਜਾਣਾ ਔਰ ਪਵਿੱਤਰ ਹੋ ਕੇ ਬੈਠਣਾ। ਇਹ ਨਹੀਂ ਵੀ ਬਿਨਾਂ ਨਹਾਤੇ ਹੀ ਆ ਕੇ ਬਹਿ ਜਾਣਾ, ਪਾਵਨ ਹੋ ਕੇ ਪਵਿੱਤਰ ਹੋ ਕੇ ਬੈਠਣਾ। ਔਰ ਜਦੋਂ ਬੈਠ ਜਾਣਾ ਇੱਕ ਵਾਰੀ ਆਸਣ ਦੇ ਵਿੱਚ, ਨਹਿ ਅੰਗ ਡੁਲਾਏ, ਗੋਡੇ ਕਦੇ 30 ਡਿਗਰੀ ਕਦੇ 60 ਡਿਗਰੀ ਕਦੇ 90 ਡਿਗਰੀ ਤੇ ਨਹੀਂ ਕਰਨੇ, ਇੱਕੋ ਜਗ੍ਹਾ ਬਸ ਟਿਕ ਕੇ ਬੈਠ ਜਾਣਾ ਆਸਣ ਦੇ ਵਿੱਚ। ਨਹਿ ਡੁਲਾਏ, ਡੋਲਣਾ ਨਹੀਂ, ਅੰਗ ਪੈਰ ਹਿਲਾਉਣਾ ਨਹੀਂ। ਬਾਮ ਪੈਰ, ਬਾਵਾਂ ਨਾਮ ਹੈ ਖੱਬੇ ਦਾ, ਖੱਬੇ ਪੈਰ ਦੇ ਨਾਲ ਗੁਦਾ ਅਸਥਾਨ ਨੂੰ, ਲੈਟਰਿਨ ਵਾਲੀ ਜਗ੍ਹਾ ਨੂੰ ਦਬਾ ਕੇ ਰੱਖਣਾ। ਔਰ ਦੂਸਰਾ ਜਿਹੜਾ ਸੱਜਾ ਪੈਰ ਹੈ ਇਹਨੂੰ ਸਾਧ ਸੰਗਤ ਜੀ ਪਿਸ਼ਾਬ ਵਾਲੇ ਅੰਗ ਦੇ ਅੱਗੇ ਲਾ ਕੇ ਰੱਖਣਾ। ਔਰ ਜਿਹੜਾ ਧਿਆਨ ਹੈ ਉਹਨੂੰ ਅੱਗੇ, ਜਿੱਥੇ ਨਾਸਿਕਾ ਨਾ ਆਪਣੇ ਨੱਕ ਦੀ ਕਰੂੰਬਲੀ ਹੈ, ਇੱਥੇ ਟਿਕਾ ਕੇ ਰੱਖਣਾ। ਇਸ ਨੂੰ ਖਾਲਸਾ ਜੀ ਸਿੱਧ ਆਸਣ ਕਿਹਾ ਜਾਂਦਾ ਹੈ। ਜਿਹੜੇ ਸੁਜਾਨ ਸਿਆਣੇ ਸਿਆਣੇ ਯੋਗੀ ਜੁੜਨ ਵਾਲੇ ਆ ਵਾਹਿਗੁਰੂ ਦੀ ਬੰਦਗੀ ਵਿੱਚ, ਉਹ ਇਸ ਆਸਣ ਨੂੰ ਕਰਦੇ ਹਨ। ਤੇ ਫਿਰ ਸੱਜੇ ਪੈਰ ਨੂੰ ਖੱਬੇ ਪੱਟ ਦੇ ਉੱਤੇ ਰੱਖਣਾ। ਸੱਜੇ ਪੱਟ ਦੇ ਉੱਤੇ ਖੱਬਾ ਪੈਰ ਰੱਖਣਾ ਤੇ ਖੱਬੇ ਪੱਟ ਦੇ ਉੱਤੇ ਸੱਜਾ ਪੈਰ ਰੱਖ ਲੈਣਾ। ਦੋਵੇਂ ਭੁਜਾ ਨੂੰ, ਦੋਵੇਂ ਬਾਹਾਂ ਨੂੰ ਕੰਡ ਪਿੱਛੇ ਪਿੱਠ ਪਿੱਛੇ ਕਰ ਲੈਣਾ। ਤੇ ਫਿਰ ਦੋਵੇਂ ਹੱਥਾਂ ਦੇ ਨਾਲ ਅੰਗੂਠੇ ਜਿਹੜੇ ਪੈਰਾਂ ਦੇ ਫੜ ਲੈਣੇ। ਤੇ ਫਿਰ ਜਿਹੜਾ ਆਪਣਾ ਧਿਆਨ ਜਾਂ ਤਾਂ ਭੂਮੀ ਵੱਲ ਲਾ ਕੇ ਰੱਖਣਾ, ਜਾਂ ਭੂ ਜਿਹੜੀ ਇੱਥੇ ਆ ਤ੍ਰਿਕੁਟੀ ਆ ਦੋਵੇਂ ਭਰਵੱਟਿਆਂ ਦੇ ਵਿਚਕਾਰ, ਇੱਥੇ ਧਿਆਨ ਨੂੰ ਟਿਕਾ ਕੇ ਰੱਖਣਾ। ਤੇ ਜਾਂ ਫਿਰ ਨਾਸਿਕਾ ਨੱਕ ਦੀ ਕਰੂੰਬਲੀ ਉੱਤੇ ਧਿਆਨ ਨੂੰ ਟਿਕਾਉਣਾ। ਇਉਂ ਕਹਿੰਦੇ ਜਿਹੜਾ ਆਸਣ ਲਾ ਕੇ ਬੈਠਣਾ ਇਹਨੂੰ ਪਦਮ ਆਸਣ ਜਾਣੋ। ਤੇ ਪੰਜਵਾਂ ਅੰਗ ਜਿਹੜਾ ਹੈ ਉਹ ਪ੍ਰਾਣਾਯਾਮ ਹੈ। ਇਹਦੇ ਅੱਗੇ ਤਿੰਨ ਨਾਮ ਹੈ, ਇਹਦੀਆਂ ਤਿੰਨ ਕਿਸਮਾਂ, ਇੱਕ ਹੈ ਪੂਰਕ, ਇੱਕ ਕੁੰਭਕ ਤੇ ਇੱਕ ਰੇਚਕ ਹੈ। ਬਾਹਰੋਂ ਸੁਰਤੀ ਬਿਰਤੀ ਨੂੰ ਮਨ ਨੂੰ ਟਿਕਾ ਕੇ ਇਕਾਗਰ ਕਰ ਲੈਣਾ। ਸੁਰਤ ਨੂੰ ਟਿਕਾ ਕੇ ਫਿਰ ਦਹਿਨੇ ਸੁਰ ਤੇ ਸੱਜੇ ਪਾਸਿਓਂ ਨਾ ਸੱਜੀ ਨਾਸ ਦੇ ਵਿੱਚੋਂ ਪ੍ਰਾਣਾ ਨੂੰ ਖਿੱਚਣਾ, ਉੱਪਰ ਨੂੰ ਸਾਹ ਚੜਾਉਣਾ। ਤੇ ਇਹ ਸਾਹ ਖਿੱਚਣ ਦੇ ਸਮੇਂ ਦੇ ਵਿੱਚ ਜਿਹੜਾ ਓੰਕਾਰ ਮੰਤਰ ਹੈ ਉਹਦਾ 12 ਵਾਰ ਜਾਪ ਕਰਨਾ। ਜਦੋਂ ਇਸ ਪ੍ਰਕਾਰ 12 ਵਾਰੀ ਓੰਕਾਰ ਦਾ ਜਾਪ ਕੀਤਾ ਜਾਵੇ ਤੇ ਫਿਰ ਉਸ ਤੋਂ ਬਾਅਦ ਇਹਨਾਂ ਪ੍ਰਾਣਾਂ ਨੂੰ ਜਿੰਨਾ ਸਮਾਂ ਅੰਦਰ ਠਹਿਰਾ ਕੇ ਰੱਖਣਾ ਹੈ। ਇਹਨੂੰ ਠਹਿਰਾਉਣ ਨੂੰ ਕੁੰਭਕ ਨਾਮ ਕਿਹਾ ਜਾਂਦਾ ਹੈ। ਤੇ ਇੱਥੇ ਫਿਰ ਜਦੋਂ ਸਵਾਸਾਂ ਨੂੰ ਰੋਕ ਕੇ ਰੱਖਣਾ ਨਾ ਤ੍ਰਿਕੁਟੀ ਦੇ ਵਿੱਚ, ਉੱਥੇ ਫਿਰ 24 ਮਾਤਰਾ 24 ਵਾਰ ਓੰਕਾਰ ਦਾ ਜਾਪ ਕਰਨਾ। ਸੋ ਇਸ ਪ੍ਰਕਾਰ 24 ਮਾਤਰਾ ਦਾ ਜਾਪ ਉਚਾਰਨ ਕਰੇ। ਫਿਰ ਉਹ ਚੜਾਏ ਹੋਏ ਰੋਕੇ ਹੋਏ ਸਵਾਸਾਂ ਨੂੰ, ਕੁੰਭਕ ਨੂੰ ਖੱਬੇ ਪਾਸਿਓਂ ਨਾਸਿਕਾ ਦੇ ਵਿੱਚੋਂ ਬਾਹਰ ਹੌਲੀ ਹੌਲੀ ਕੱਢਣਾ। ਜਿਵੇਂ 12 ਮਾਤਰਾ 12 ਵਾਰ ਓੰਕਾਰ ਦਾ ਜਾਪ ਸੱਜੇ ਪਾਸਿਓਂ ਸਵਾਸ ਚੜਾਉਣ ਵੇਲੇ ਕੀਤਾ,
ਇਸੇ ਤਰ੍ਹਾਂ ਖੱਬੇ ਪਾਸੇ ਸਵਾਸਾਂ ਨੂੰ ਹੇਠਾਂ ਉਤਾਰਨ ਵੇਲੇ ਵੀ 12 ਓੰਕਾਰ ਜਪਣਾ। ਇਹਨੂੰ ਯੋਗ ਦੀ ਭਾਸ਼ਾ ਦੇ ਵਿੱਚ ਰੇਚਕ ਨਾਮ ਕਿਹਾ ਜਾਂਦਾ ਹੈ। ਹੌਲੀ ਹੌਲੀ ਸਵਾਸਾਂ ਨੂੰ ਛੱਡਣਾ ਹੈ। ਇਸੇ ਪ੍ਰਕਾਰ ਫਿਰ ਖੱਬੇ ਪਾਸਿਓਂ ਚੜਾ ਕੇ ਸਵਾਸਾਂ ਨੂੰ ਫਿਰ ਰੋਕ ਕੇ ਤੇ ਸੱਜੇ ਪਾਸਿਓਂ ਬਾਹਰ ਹੇਠਾਂ ਉਤਾਰਨਾ। ਫਿਰ ਦੁਬਾਰਾ ਸੱਜੇ ਤੋਂ ਖੱਬੇ ਚੜਾਉਣਾ। ਇਸ ਤਰੀਕੇ ਦੇ ਨਾਲ ਰੇਚਕ ਕੁੰਭਕ ਪੂਰਕ ਕਰਨ ਦੇ ਨਾਲ ਜਿਹੜੀ ਤ੍ਰਿਕੁਟੀ ਆ ਨਾ, ਇੱਥੇ ਸਾਡੇ 3 ਨਾੜੀਆਂ ਜਿੱਥੇ ਇਕੱਠੀਆਂ ਹੁੰਦੀਆਂ, ਇਹਦਾ ਰਸਤਾ ਖੁੱਲ ਜਾਂਦਾ ਹੈ। ਫਿਰ 10ਵੇਂ ਦੁਆਰ ਦੇ ਵਿੱਚ ਪ੍ਰਾਣਾਂ ਦਾ ਠਹਿਰਨਾ ਹੋ ਜਾਂਦਾ ਹੈ ਤੇ ਉਸ ਵੇਲੇ ਅਨਾਹਦ ਧੁਨੀ ਅਨਾਹਦ ਸ਼ਬਦਾਂ ਦੀ ਆਵਾਜ਼ ਸੁਣਨ ਲੱਗ ਪੈਂਦੀ ਹੈ ਤੇ ਫਿਰ ਪਰਮ ਜੋਤੀ ਪਰਮਾਤਮਾ ਦੀ ਜੋਤ ਦੇ ਇੱਥੇ ਦਰਸ਼ਨ ਝਲਕਾਰਾ ਵੀ ਮਿਲਦਾ ਹੈ, ਜਿਸ ਦੀ ਝਿਲਮਿਲਕਾਰ ਦਾ ਚਮਕਦਾ ਜਿਹੜਾ ਮਹਾਨ ਹੀ ਪ੍ਰਕਾਸ਼ ਹੈ। ਜਿਸ ਝਲਕ ਨੂੰ ਦੇਖ ਕੇ ਦਰਸ਼ਨ ਕਰਕੇ ਜੋਤ ਦੇ ਮਹਾਨ ਹੀ ਸੁਖ ਪ੍ਰਾਪਤ ਹੁੰਦੇ ਹਨ। ਇਸ ਪ੍ਰਕਾਰ ਜਿਵੇਂ ਜਿਵੇਂ ਧਿਆਨ ਦਾ ਧਾਰਨਾ ਹੁੰਦਾ ਹੈ, ਉਵੇਂ ਉਵੇਂ ਜਿਹੜੀ ਅਨਾਹਦ ਸ਼ਬਦਾਂ ਦੀ ਧੁਨੀ ਵੱਧਦੀ ਜਾਂਦੀ ਹੈ, ਆਵਾਜ਼ ਉੱਚੀ ਹੁੰਦੀ ਹੈ। ਇਹ 6ਵਾਂ ਅੰਗ ਹੈ ਯੋਗ ਦਾ। ਇਉਂ ਧਿਆਨ ਧਾਰਨ ਕਰਕੇ ਜਿਹੜਾ ਜਗਿਆਸੂ ਹੈ ਉਹ ਸੁੱਖ ਦੀ ਪ੍ਰਾਪਤੀ ਕਰਦਾ ਹੈ। ਸੋ ਇੱਥੋਂ ਤੱਕ ਸਾਧ ਸੰਗਤ ਜੀ 6 ਜਿਹੜੇ ਯੋਗ ਦੇ ਕਠਨ ਯੋਗ ਦੇ ਹਠ ਯੋਗ ਦੇ ਅੰਗ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਾਜੇ ਸ਼ਿਵਨਾਗ ਨੂੰ ਦੱਸੇ ਹੈ। ਬਾਕੀ ਦੇ 4 ਅੰਗ ਜਿਵੇਂ ਹੋਰ ਅੱਗੇ ਵਰਣਨ ਕਰਨਗੇ। ਉਸ ਤੋਂ ਬਾਅਦ ਭਗਤ ਯੋਗ ਦਾ ਜਿਵੇਂ ਰਾਜ ਯੋਗ ਦਾ ਸਤਿਗੁਰੂ ਜੀ ਵਰਣਨ ਕਰਨਗੇ। ਸੁਖਾਲਾ ਰਸਤਾ ਜਿਹੜਾ ਆਪਾਂ ਸਭਨਾਂ ਨੂੰ ਬਖਸ਼ਿਆ ਹਰ ਕੋਈ ਕਰ ਸਕਦਾ, ਕਿਉਂਕਿ ਯੋਗ ਸਾਧਨਾਵਾਂ ਨੂੰ ਸਾਧਨਾ ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਔਰ ਯੋਗ ਸਾਧਨਾਵਾਂ ਕਰਨੀਆਂ ਕਿਸੇ ਯੋਗ ਉਸਤਾਦ ਦੀ ਦੇਖ ਰੇਖ ਵਿੱਚ ਹੀ ਕਰਨੀਆਂ ਚਾਹੀਦੀਆਂ, ਨਹੀਂ ਤੇ ਦੇਹੀ ਨੂੰ ਕਈ ਵਾਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਰੋਗ ਵੀ ਲੱਗ ਜਾਂਦੇ ਆ। ਇਹ ਕਠਨ ਰਸਤਾ ਹੈ, ਪਰ ਸਤਿਗੁਰੂ ਜੀ ਦੋਵੇਂ ਦੱਸ ਰਹੇ ਆ ਵੀ ਇਹ ਕਠਨ ਰਸਤਾ ਵੀ ਰਾਜਾ ਸ਼ਿਵਨਾਗ ਤੈਨੂੰ ਦੱਸ ਦਿੱਤਾ ਤੇ ਸੌਖਾ ਰਸਤਾ ਵੀ ਦੱਸ ਦਿੱਤਾ। ਜਿਹੜਾ ਤੈਨੂੰ ਠੀਕ ਲੱਗਦਾ ਦੋਵਾਂ ਵਿੱਚੋਂ ਅਪਣਾ ਕੇ ਆਪਣੇ ਮਨ ਨੂੰ ਟਿਕਾ ਲੈ, ਮਨ ਨੂੰ ਨਿਰਮਲ ਕਰ ਲੈ। ਇਕੱਲੇ ਰਾਜੇ ਸ਼ਿਵਨਾਗ ਨੂੰ ਨਹੀਂ, ਆਪਣੇ ਵਾਸਤੇ ਵੀ ਉਪਦੇਸ਼ ਹੈ। ਸੋ ਸਤਿਗੁਰੂ ਜੀ ਜਿਵੇਂ ਅੱਗੇ ਉਪਦੇਸ਼ ਬਖਸ਼ਣਗੇ, ਕੱਲ੍ਹ ਦੇ ਦੀਵਾਨ ਵਿੱਚ ਕਥਾ ਵਿਚਾਰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਕਿਰਪਾ ਕਰਕੇ ਸੇਵਾ ਸਿਮਰਨ ਦੀ ਦਾਤ ਬਖਸ਼ਣੇ ਤੇ ਵਿਚਾਰਾਂ ਨੂੰ ਵਿਸ਼ਰਾਮ ਦਿੰਦਾ ਹਾਂ। ਦੇਹੋ ਸਜਣ ਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਜਿਉ ਜਿਉ ਧਰੀ ਧਿਆਨ ਕੋ ਤਿਉ ਤਿਉ ਧੁਨ ਵੱਧ ਜਾਈ। ਅਸ਼ਟ ਅੰਗ ਹੈ ਯੋਗ ਕਾ ਧਿਆਨ ਧਰਤ ਸੁਖ ਪਾਏ।